गुरपूरन नारायण है, गुरदयाल समरथ गुर, गुरु नानक पतत उदाहरण है। अता बख्शियो पाक परवरदिगार, रही मस्त रोजी देहो हर दयार। चेह मर्दी के अखगर खामोशा कुनी, के आतिश दा मारा फरोजा कुनी। ना साजो ना बाजो ना फौजो ना फरशो, खुदावंद बख्शिंद ऐशो अर्श। चवर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਲਕਾ ਜੀ ਬੀ ਬਲਾਕ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਭੁਜੰਗੀ ਜਥੇ ਵੱਲੋਂ ਇਹ ਸਾਲਾਨਾ ਗੁਰਮਤਿ ਸਮਾਗਮ ਆਪ ਸੰਗਤ ਦੇ ਸਹਿਯੋਗ ਸਦਕਾ ਉਲੀਕੇ ਗਏ ਨੇ। ਗੁਰਮੁਖ ਪਿਆਰੇ ਦੱਸ ਰਹੇ ਸਨ 1950 ਵਿੱਚ ਇਹ ਜਥਾ ਹੋਂਦ ਵਿੱਚ ਆਇਆ। ਸਤਿਕਾਰਯੋਗ ਭਾਈ ਨਿਰਮਲ ਸਿੰਘ ਜੀ ਹੈੱਡ ਗ੍ਰੰਥੀ, ਜਿਨ੍ਹਾਂ ਨੇ ਵਿਸ਼ੇਸ਼ ਉਪਰਾਲਾ ਕਰਕੇ ਇਸ ਜਥੇ ਦਾ ਆਗਾਜ਼ ਕੀਤਾ। ਔਰ ਜੇ ਆਪਾਂ ਗਿਣਤੀਆਂ ਮਿਣਤੀਆਂ ਵਿੱਚ ਪਈਏ ਤੋ 70 ਦੇ ਇਰਦ ਗਿਰਦ ਸਾਲਾਨਾ ਸਮਾਗਮ ਇਹ ਜਥਾ ਕਰਵਾ ਚੁੱਕਿਆ ਹੈ ਜਦੋਂ ਤੋਂ ਹੋਂਦ ਵਿੱਚ ਆਇਆ ਹੈ। ਸੋ ਇਹ ਨੌਜਵਾਨ ਵੀਰਾਂ ਦੀ ਮੁਸ਼ੱਕਤ ਹੈ, ਆਪ ਸੰਗਤਾਂ ਸਹਿਯੋਗ ਦਿੰਦੇ ਹੋ। ਗੁਰਮਤਿ ਸਮਾਗਮ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਕਰਵਾਏ ਜਾਂਦੇ ਨੇ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਗੁਰੂ ਦੀ ਸ਼ਰਨ ਆ ਕੇ ਸਾਨੂੰ ਸਿੱਖੀ ਪ੍ਰਾਪਤ ਹੋਵੇ, ਸੋਝੀ ਪ੍ਰਾਪਤ ਹੋਵੇ। ਕੱਲ੍ਹ ਆਪ ਸੰਗਤ ਦੇ ਨਾਲ ਚਮਕੌਰ ਦੀ ਜੰਗ ਦਾ ਇਤਿਹਾਸ ਸਾਂਝਾ ਕੀਤਾ ਸੀ। ਆਓ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਸਾਕਾ ਸਰਹੰਦ ਰਾਹੀਂ ਸਾਂਝ ਪਾਉਣ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਨੂੰ ਮੁਕਤੀ ਦਾਤਾ ਬੰਦੀ ਛੋੜ ਦਰਸਾਉਂਦੇ ਨੇ, ਜੋ ਸਾਡੇ ਬੰਧਨ ਕੱਟਦਾ ਹੈ। ਸਰੀਰ ਨੂੰ ਕੋਈ ਵੀ ਬੰਧਨ ਹੈ, ਮਨ ਨੂੰ ਕੋਈ ਵੀ ਬੰਧਨ ਹੈ। ਸਰੀਰ ਨੂੰ ਰੋਗ ਨੇ, ਮਨ ਨੂੰ ਡਿਪਰੈਸ਼ਨ, ਚਿੰਤਾਵਾਂ, ਸੋਗ ਨੇ, ਜਾਂ ਪ੍ਰਤੱਖ ਪੈਰਾਂ ਦੀਆਂ ਬੇੜੀਆਂ ਨੇ। ਕਾਟੀ ਬੇਰੀ ਪਗਹ ਤੇ ਗੁਰਕੀਨੀ ਬੰਦ ਖਲਾਸ।
ਹਰ ਬੇੜੀ ਨੂੰ ਗੁਰੂ ਕੱਟ ਦਿੰਦਾ ਹੈ। ਸੋ ਸਾਡੀਆਂ ਬੇੜੀਆਂ ਕੱਟਣ ਲਈ ਹੀ ਮਹਾਰਾਜ ਨੇ ਸਰਬੰਸ ਵਾਰਿਆ ਹੈ। ਮਹਿਮੂਦ ਗਜ਼ਨਵੀ ਦੇ ਸਮੇਂ ਤੋਂ ਭਾਰਤ ਗੁਲਾਮ ਸੀ। ਸਾਡੇ ਰੋਗ ਸੋਗ ਮਹਾਰਾਜ ਕੋਲੋਂ ਜਰੇ ਨਾ ਗਏ, ਸਰਬੰਸ ਵਾਰ ਕੇ ਨਜ਼ਾਤ ਦਵਾਈ, ਸਨਾਤਨ ਮਤ ਰੱਖਿਆ, ਇਨਸਾਨੀਅਤ ਦੀ ਰੱਖਿਆ ਕੀਤੀ। ਸਰਸਾ ਦੇ ਕੰਢੇ ਪਰਿਵਾਰ 3 ਹਿੱਸੇ ਹੋਇਆ। ਵੱਡੇ ਸਾਹਿਬਜ਼ਾਦੇ 8 ਪੋਹ ਨੂੰ 1761 ਬਿਕਰਮੀ ਸੰਮਤ ਚਮਕੌਰ ਦੀ ਗੜੀ ਸ਼ਹੀਦ ਹੋ ਗਏ। ਤੋ ਬੰਦੀ ਛੋੜ ਸਤਿਗੁਰੂ ਦਾ ਪਰਿਵਾਰ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਭਾਈ ਮਨੀ ਸਿੰਘ ਆਦਿਕ ਸਿੱਖਾਂ ਨਾਲ ਦਿੱਲੀ ਨੂੰ ਆ ਗਿਆ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਮਾਤਾ ਜੀ ਦੇ ਨਾਲ ਨੇ। ਪਰਿਵਾਰ ਖੇਰੂ ਖੇਰੂ ਹੋਇਆ ਹੈ। ਵਿਦਵਾਨ ਲਿਖਦੇ ਨੇ जोरावर और फतह है जो दादी के साथ थे, दाएं की जगह वो चल दिए बाएं हाथ थे। कुछ विद्वान जिक्र करते ने घोड़ी सी, उपर समान दी खुरजी है। किसी ने खच्चर का जिक्र किया है। लुड़िंदे कुछ कपड़े ने, कुछ गहने ने, कुछ माया है। तुरे जा रहे ने। दरिया दे किनारे झल हुंदा है, उच्चा उच्चा घाह। उस झल दे ओले बिखड़ा पैंडा नबेड़दी माता नुकीले पत्थरां ते तुरी जांदी है। ये 7 ते 9 साल दे लाल कोमल जिंदा, इन्हां दा शरीर ऐसे बिखड़े पैंडियां दा हाणी नहीं सी। ਜਿਹੜੇ ਖਿਡਾਵਿਆਂ ਨੇ ਚਰਨ ਕਦੇ ਪੁੰਜੇ ਨਾ ਲੱਗਣ ਦਿੱਤੇ ਹੋਣ, ਅੱਜ ਉਹ ਨੁਕੀਲੇ ਪੱਥਰਾਂ ਤੇ ਜੰਗਲਾਂ ਵਿੱਚ ਕੰਡਿਆਂ ਤੇ ਚੱਲ ਰਹੇ ਨੇ। ਮਾਤਾ ਗੁਜਰੀ ਦਾ ਸਰੀਰ ਵੀ ਬਿਰਧ ਹੈ। ਸੋ ਦੁੱਖਾਂ ਲੱਦੀ ਘੜੀ ਪਰਿਵਾਰ ਤੇ ਆਣ ਪਈ ਹੈ। अल्लाह यार खां ने शहीदाने वफा विच बचन किया है। दादी से बोले अपने सिपाही किधर गए, दरिया पे हमको छोड़ के राही किधर गए। तड़पा के हाय सूरत माही किधर गए, अब्बा भजा के लश्कर शाही किधर गए। भाई भी हमको भूल गए, शोके जंग में अपना ख्याल तक नहीं, जोके तुफंग में। कहंदे मां पिता नजरी नहीं आउंदे, फौज पिता दी नजरी नहीं आउंदी। सरसा दे कंढे वेखिया सी वड्डे भाई मशरूफ सन जंग लड़न दे विच, और इन्ने रुझ गए राइफलां चलाउण दे विच साडा चेता ही भुला दिता। असीं उन्हां नाल नाराज आ। हुण आए ते असीं बोलना नहीं है। जब रन अजीत जीत के तशरीफ लाएंगे, अब्बा के साथ जिस घड़ी जुझार आएंगे, करके गिला हर एक से हम रूठ जाएंगे। माता कभी पिता कभी भाई मनाएंगे, हमें गले लगा के वो कहेंगे बार बार, मान जाओ लेकिन हम नहीं मानेंगे जीन हार। जीन हार दा भाव कदाचित भी नहीं, असी नहीं मनना। माता आउण, पिता आउण, भाई आउण, गले ना लगा के तरले भी लैण, असी नहीं मनना। सानू ऐसे बिखड़े पैंडे इकल्लियां नूं छड्ड के चले गए ने। इउं दादी नाल गल्लां करदे ने तो आपस विच बचन करन लग पए। एक साहिबजादा दूसरे नूं कहंदा भी जे उन्हां
ਕੁਛੜ ਚੁੱਕ ਲਿਆ ਗਲੋਂ ਉਤਾਰਿਆ ਹੀ ਨਾ, ਫਿਰ ਕੀ ਕਰਾਂਗੇ। ਕਹਿੰਦੇ ਇਕਰਾਰ लेंगे सब से भुलाना ना फिर कभी, बारे दिगर बिछड़ के जाना ना फिर कभी, हमको अकेले छोड़ के जाना ना फिर कभी, कह देते हैं यूं हमको रुलाना ना फिर कभी, बच्चों की गुफ्तगू को जो सुना दादी जान ने, बेइख्तियार रो दिया उस वाला शान ने। तो जेड़ी माता दुखां लदियां घड़ियां चों लंघ के आई सी, छोटियां जिंदां दे इन्हां बोलां करके वैराग विच आ गई। तो मां खुद खुदा गुरु गोबिंद सिंह दी माई है, सब जानदी है कैसे हालात बनते हैं। हुण कित्थे मेल होवेगा। तो भोले बचन बच्चियां दे सुन के मां वैराग विच आई है। पैंडा नबेड़दे तुरे जांदे ने। इस गल दा ख्याल रखियो भी शोहे जंबूर खावे ना वंजन गाखड़े। कोई शरीर दे मास नूं जंबूर नाल नोच के सुट देवे ना ते दुख मनाउने आपां, पर यह दुख नालों भी वड्डा दुख है प्यारे दा परिवार दा विछोड़ा। ये सौखा नहीं है। तो ऐसी दुखां दी घड़ी है। मां सोचदी है दरपेश अनकरीब कोई इम्तिहान है, खतरे में दिख रही मुझे बच्चों की जान है। हालात ठीक नहीं लगते, हालात इउं जापदा है अगां होर विगड़ने ने। दादी सोची पई पैंडा तय कर रही सी, पिसर विछड़ गया, बहूआं विछड़ गईयां, मैल छड्डने पै गए। मां सोच रही है प्यारे पति को पहले ही है मैं कटा चुकी, कुदरत तेरी है सब्र मेरा अजमा चुकी। परमात्मा नाल अंतर ध्यान बातां करदी मां, मैं अगे धर्म तो पति वारिया है। ऐ कुदरत, ऐ अकाल पुरख, तू मेरा सब्र अजमा के वेख्या है। मैं उलामा नहीं दिता तैनूं, उलामा अज भी नहीं दवांगी, सब भाणे विच है। पर पति मेरा सी, मैं वार दिता। ये बच्चे मेरे नहीं, ये मेरे पिसर, मेरे फरजंद, मेरियां बहुआं दी अमानत ने मेरे कोल। इसलिए मैनू इन्हां दा फिक्र है। अमानत मोड़ देनी ही ठीक है। तो जे देव ने तैसी होई ये भी ना रहे तो फिर भी तैनू लामा नहीं देना। मेरा नाम गुजरी है, मैं समा फिर भी गुजार लवांगी। इत्थे देवी लभदे फिरदे ने। असीं जी देवी नूं पूजना, देवी कित्थे है? माता गुजरी नूं वड्डी कोई देवी नहीं दुनिया ते। जिस दिन सिर दा साईं वारिया सी ना, तो गुरु तेग बहादुर साहब ने एक गल कही सी माता नूं। अजकल वैसटर्न कल्चर बड़ा आ गया, वो अज उन्हां दे हिसाब नाल मदर्स डे भी है। साडा ते रोज़ ही हुंदा, तू मेरा पिता तू है मेरा माता। बापू गुरु गोबिंद सिंह प्यो साडा, माता साहब कौर माई साडी। अज ते रोज़ याद करदे उन्हां नूं। माता गुजरी वर्गी किहड़ी मां है, किहड़ी देवी है? कोई नहीं। पति चले ने ते एक बचन किया माता गुजरी नूं, सिर देण चले हाँ, सनातन मत बच जावेगा। भारत वर्ष दीआं लखां माइयां विधवा होणों बच जाणगियां, पर तुसीं विधवा हो जाना है। तो ये सौदा घाटे बंदा है तुहाडे लई, भारत दे लोकां लई फायदेमंद दा सौदा है। ते जिहड़ी माई दा खसम सिर ते ना रवे, लोक उहदा अदब भुल जांदे ने।
ਤੁਸੀਂ ਰੋਜ਼ ਬਾਣੀ ਵਿੱਚ ਪੜ੍ਹਦੇ ਹੋ, ਜਿਚਰ ਵਸਿਆ ਕੰਤ ਘਰ, ਜਿਉ ਜਿਉ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ, ਕੋਈ ਨਾ ਪੁੱਛੈ ਤੇਰੀ ਬਾਤ। ਖਸਮ ਹੈ ਸਿਰ ਤੇ, ਦਰਾਣੀਆਂ ਜਠਾਣੀਆਂ ਸਹੁਰੇ ਪੇਕੇ ਅਦਬ ਕਰਦੇ ਨੇ। ਗਲੀ ਮਹੱਲੇ ਕੋਈ ਉੱਚੀ ਨਜ਼ਰ ਨਹੀਂ ਪਾਉਂਦਾ ਵੀ ਇਹਦਾ ਘਰ ਵਾਲਾ ਮੌਜੂਦ ਹੈ। ਖਸਮ ਨਾ ਰਵੇ ਤੇ ਸਾਰੇ ਰਿਸ਼ਤਿਆਂ ਵਿੱਚ ਹੀ ਫਰਕ ਪੈ ਜਾਂਦਾ ਹੈ, ਲੋਕ ਅਦਬ ਭੁੱਲ ਜਾਂਦੇ ਨੇ। ਮਾਤਾ ਗੁਜਰੀ ਦਾ ਜਵਾਬ ਸੀ, ਜਾਓ ਧਰਮ ਲਈ ਸੀਸ ਦਿਓ, ਜੇ ਤੁਹਾਡੇ ਸਿਰ ਦਿੱਤਿਆਂ ਮੈਂ ਵਿਧਵਾ ਹੋ ਜਾਵਾਂ, ਇਹ ਸੌਦਾ ਫਾਇਦੇਮੰਦ ਹੈ, ਕਿਉਂਕਿ ਇੱਥੇ ਭਾਰਤ ਦੀਆਂ ਲੱਖਾਂ ਮਾਈਆਂ ਰੰਡੀਆਂ ਹੋਣੋਂ ਬਚ ਜਾਣਗੀਆਂ। ਲੱਖਾਂ ਦੇ ਸੁਹਾਗ ਭਾਗ ਮਾਤਾ ਗੁਜਰੀ ਨੇ ਰੱਖੇ। ਇਹਦੋਂ ਵੱਡੀ ਕਿਹੜੀ ਦੇਵੀ ਹੈ? ਜਿੰਨੀਆਂ ਮਰਜ਼ੀ ਮੂਰਤਾਂ ਪੂਜੀ ਜਾਓ, ਮਾਤਾ ਗੁਜਰੀ ਵਰਗਾ ਕੋਈ ਨਹੀਂ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਖੁਦ ਖੁਦਾ ਨੇ ਤੇ ਆਦ ਸ਼ਕਤੀ ਮਾਤਾ ਗੁਜਰੀ ਹੈ। ਉਸ ਆਦ ਸ਼ਕਤੀ ਦਾ ਰੂਪ ਮਾਤਾ ਗੁਜਰੀ ਹੈ। ਤੁਰੀ ਜਾ ਰਹੀ ਹੈ ਬੱਚਿਆਂ ਨੂੰ ਲੈ ਕੇ। ਸ਼ਾਮਾਂ ਪੈ ਗਈਆਂ। ਸਤਲੁਜ ਤੇ ਸਰਸਾ ਦਾ ਸਾਂਝਾ ਪੱਤਣ ਸੀ। ਪੱਤਣ ਜਿੱਥੋਂ ਲੋਕ ਲੰਘਦੇ ਨੇ ਨਾ ਬੇੜੀ ਤੋਂ, ਉੱਥੇ ਇੱਕ ਕੁੱਲੀ ਹੈ, ਨਾਮ ਸੀ ਉਹਦਾ ਕੁੰਮਾ ਮਾਸ਼ਕੀ। ਝੌਂਪੜੀ ਵਿੱਚ ਰਹਿੰਦਾ ਹੈ, ਮਲਾਹ ਹੈ, ਬੇੜੀ ਤੇ ਰਾਹੀਆਂ ਨੂੰ ਆਰ ਪਾਰ ਕਰਦਾ ਹੈ। ਚੱਕ ਢੇਰਾ ਪਿੰਡ ਹੈ ਉਹ। 7 ਪੋਹ ਦੀ ਰਾਤ ਮਾਤਾ ਜੀ ਇੱਥੇ ਰੁਕੇ ਨੇ। ਵੈਸੇ ਇਹਦਾ ਨਾਮ ਕੁੰਮਾ ਮਾਸ਼ਕੀ ਸੀ। ਮਾਸ਼ਕੀ ਕਹਿ ਦਿੰਦੇ ਮਲਾਹ ਨੂੰ, ਬੇੜੀ ਚਲਾਉਣ ਵਾਲੇ ਨੂੰ। ਅਸਲ ਨਾਮ ਹੈ ਕਰਮੂ, ਪਰ ਇਹਨੂੰ ਮੁਸਲਮਾਨ ਬਣਾ ਲਿਆ ਗਿਆ ਮੁਗਲਾਂ ਵੱਲੋਂ ਜ਼ੋਰ ਨਾਲ। ਕਰੀਮ ਬਖਸ਼ ਮਾਸ਼ੀ ਬਣਾ ਦਿੱਤਾ ਗਿਆ, ਤੋ ਛੋਟਾ ਨਾਮ ਕੁੰਮਾ ਮਾਸ਼ਕੀ ਕਹਿ ਦਿੰਦੇ ਨੇ। ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜੂਰੀ ਕਵੀ ਹੋਏ ਨੇ, 52 ਕਵੀਆਂ ਚੋਂ ਇੱਕ। ਭਾਈ ਦੁਨਾ ਸਿੰਘ ਹੰਡੂਰੀਆ ਉਹ ਲਿਖਦੇ ਨੇ, ਇੱਕ ਸੱਕਾ ਹਿੰਦੂ ਤਹਿ ਆਹੀ, ਤੁਰਕ ਜ਼ੋਰ ਤਹਿ ਜਨਮ ਵਟਾਹੀ, ਕੁੰਮਾ ਤੇ ਕੀਮਾ ਤਹਿ ਕੀਨਾ, ਤਿਸ ਹੀ ਕੇ ਗ੍ਰਹਿ ਬਾਸਾ ਲੀਨਾ। ਕੁੰਮੇ ਤੋਂ ਕੀਮਾ ਕਰੀਮ ਬਖਸ਼ ਬਣਾ ਲਿਆ ਸੀ। ਉਹਦੀ ਕੁੱਲੀ ਵਿੱਚ 7 ਪੋਹ ਦੀ ਰਾਤ ਟਿਕੇ। ਤੇ ਉਹਨੇ ਚੱਕ ਢੇਰੇ ਪਿੰਡ ਦੇ ਘਰਾਂ ਵਿੱਚ ਜਾ ਕੇ, ਇੱਕ ਬ੍ਰਾਹਮਣੀ ਸੀ ਮਾਤਾ ਲਕਸ਼ਮੀ, ਉਹਦੇ ਕੋਲੋਂ ਭੋਜਨ ਲਿਆਂਦਾ। ਤੋ ਭੋਜਨ ਮਾਂ ਨੂੰ ਬੱਚਿਆਂ ਨੂੰ ਛਕਾਇਆ, ਆਪ ਕੁੱਲੀ ਦੇ ਬਾਹਰ ਲੇਟ ਗਿਆ। ਸਾਰੀ ਰਾਤ ਵੈਰਾਗ ਵਿੱਚ ਲੰਘੀ ਹੈ, ਤਾਰੇ ਗਿਣਦਾ ਰਿਹਾ। ਅੱਜ ਨੀਂਦ ਨਹੀਂ ਆਈ। ਅੱਗੇ ਥੱਕ ਕੇ ਸੌਂ ਜਾਂਦਾ ਸੀ, ਬੇੜੀ ਚਲਾਉਂਦਾ ਹੈ ਨਾ। ਅੱਜ ਨਹੀਂ ਸੁੱਤਾ। ਸੋਚਦਾ ਇਹ ਰਿਹਾ ਹੈ, ਧੰਨ ਗੁਰੂ ਗੋਬਿੰਦ ਸਿੰਘ, ਤੇਰਾ ਕੋਈ ਨਿੱਜੀ ਵੈਰ ਨਹੀਂ ਸੀ ਔਰੰਗਜ਼ੇਬ ਦੇ ਨਾਲ। ਗੁਰੂ ਅਰਜਨ ਸਾਹਿਬ ਦਾ ਕੋਈ ਜਹਾਂਗੀਰ ਨਾਲ ਨਿੱਜੀ ਵੈਰ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ, ਕੋਈ ਨਿੱਜੀ ਵੈਰ ਨਹੀਂ ਸੀ, ਕਿਉਂਕਿ ਇਹ ਤਖਤ ਤੇ ਬੈਠੇ ਲੋਕ ਜ਼ੁਲਮ ਕਰਦੇ ਸਨ ਭਾਰਤ ਵਰਸ਼ ਤੇ। ਇਨਸਾਨੀਅਤ ਦੀ ਖਾਤਰ ਬਾਬੇ ਕਿਆਂ ਦੀ ਬਾਬਰ ਕਿਆਂ ਨਾਲ ਖੜਕ ਗਈ। ਸਾਨੂੰ ਆਜ਼ਾਦ ਕਰਾਉਣ ਲਈ, ਨਿਜਾਤ ਦਿਵਾਉਣ ਲਈ, ਸਾਡੇ ਘਰ ਵਸਦੇ ਰੱਖਣ ਲਈ ਆਪਣਾ ਘਰ ਉਜਾੜ ਬੈਠਾ ਹੈ ਗੁਰੂ। ਆਨੰਦਪੁਰ ਉਜੜ ਗਿਆ ਹੈ। ਵੈਰਾਗ ਵਿੱਚ ਰਾਤ ਲੰਘੀ। ਗੁਰਾਂ ਦਾ ਸੁਭਾਅ ਵੀ ਹੈ ਨਾ, ਸਤਿਗੁਰ ਕੀਨੋ ਪਰ ਉਪਕਾਰ। ਗੁਰੂ ਪਰਉਪਕਾਰੀ ਹੈ। ਗੁਰੂ ਕਿਰਪਾ ਕਰਦੇ ਨੇ, ਕਾਢ ਲੀਨ ਸਾਗਰ ਸੰਸਾਰ। 7 ਪੋਹ ਦੀ ਰਾਤ ਲੰਘੀ, 8 ਪੋਹ ਦਾ ਸਵੇਰਾ ਹੋਇਆ। ਮਾਈ ਲਕਸ਼ਮੀ ਭੋਜਨ ਲੈ ਕੇ ਘਰੋਂ ਆਈ, ਸਾਹਿਬਜ਼ਾਦਿਆਂ ਨੂੰ ਮਾਤਾ ਨੂੰ ਛਕਾਇਆ। ਇੱਥੇ ਫਿਰ ਮਾਂ ਗੁਜਰੀ ਨੇ ਖੁਸ਼ ਹੋ ਕੇ ਕੁਝ ਸੋਨੇ ਦੇ ਗਹਿਣੇ ਮਾਤਾ ਲਕਸ਼ਮੀ ਨੂੰ ਦਿੱਤੇ ਤੇ ਕੁਝ ਪੈਸੇ ਕੁੰਮੇ ਮਾਸ਼ਕੀ ਨੂੰ ਦਿੱਤੇ। ਬਸ ਇੱਥੇ ਗੰਗੂ ਦੀ ਨਿਗਾਹ ਪੈ ਗਈ ਹੈ ਖੁਰਜੀ ਤੇ, ਪੈਸਿਆਂ ਤੇ, ਗਹਿਣਿਆਂ ਤੇ। ਅੱਗੇ ਬੇਈਮਾਨ ਨਹੀਂ ਸੀ, ਪਰ ਹੁਣ ਮਨ ਡੋਲ ਗਿਆ ਹੈ। ਕੁੰਮੇ ਮਾਸ਼ਕੀ ਨੇ ਬੇੜੀ ਵਿੱਚ ਬਹਾ ਕੇ ਪੱਤਣ ਤੋਂ ਪਾਰ ਕੀਤਾ।
ਪੈਂਡਾ ਤੈਅ ਕਰਦੇ ਤੁਰੇ ਜਾ ਰਹੇ ਨੇ, ਮੰਜ਼ਲਾਂ ਮਾਰਦੇ ਹੋਏ ਜਾ ਰਹੇ ਨੇ। ਰੋਪੜ ਦੇ ਨਜ਼ਦੀਕ ਪਹੁੰਚੇ। ਬੇਈਮਾਨ ਹੋਇਆ ਗੰਗੂ ਮਾਤਾ ਜੀ ਨੂੰ ਕਹਿੰਦਾ ਵੀ ਜੇ ਰੋਪੜ ਦੇ ਵਿੱਚ ਦੀ ਲੰਘੇ ਨਾ ਆਪਾਂ, ਮਾਤਾ ਜੀ ਪਹਿਰੇ ਸਖਤ ਨੇ, ਹਕੂਮਤਾਂ ਵੈਰੀ ਨੇ, ਗਿਰਫਤ ਵਿੱਚ ਆ ਜਾਵਾਂਗੇ, ਪਤਾ ਨਹੀਂ ਕੀ ਸਜ਼ਾ ਦੇਣ ਮੁਗਲ। ਤੋ ਇੱਥੋਂ ਮੇਰਾ ਪਿੰਡ ਨਜ਼ਦੀਕ ਹੈ, ਆਪਾਂ ਜੰਗਲ ਵਿੱਚ ਦੀ ਹੋ ਕੇ ਮੇਰੇ ਪਿੰਡ ਚਲੇ ਜਾਣੇ। ਜਦੋਂ ਮਾਹੌਲ ਠੀਕ ਹੋਵੇਗਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੁਹਾਨੂੰ ਮਿਲਾ ਦੇਵਾਂਗਾ। ਅਸਲ ਵਿੱਚ ਬੇਈਮਾਨੀ ਆ ਗਈ ਹੈ ਵੀ ਜੇ ਮੈਂ ਰੋਪੜ ਥਾਣੀ ਗਿਆ, ਰੋਪੜ ਦੇ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਸੇਵਕ ਨਿਹੰਗ ਖਾਂ ਪਠਾਨ ਹੋਣੀ ਰਹਿੰਦੇ ਨੇ, ਤੋ ਗਾਂਡੀਵ ਸੂਰਮੇ ਨੇ, ਉਹ ਮੁਗਲਾਂ ਨਾਲ ਵੀ ਲੜਨਗੇ ਸਾਹਿਬਜ਼ਾਦਿਆਂ ਦੀ ਖਾਤਰ, ਔਰ ਗੁਰੂ ਪਰਿਵਾਰ ਨੂੰ ਮੇਥੋਂ ਲੈ ਕੇ ਗੁਰਾਂ ਤਾਈਂ ਪਹੁੰਚਾ ਦੇਣਗੇ, ਤੇ ਮੈਂ ਪੈਸੇ ਕਿਵੇਂ ਲੁੱਟਾਂਗਾ ਜਿਹੜੇ ਮਾਤਾ ਗੁਜਰੀ ਦੇ ਕੋਲ ਨੇ। ਸੋ ਮਾਂ ਨੂੰ ਕਿਸੇ ਤਰ੍ਹਾਂ ਆਪਣੇ ਪਿੰਡ ਲੈ ਜਾਵਾਂ। ਇਤਿਹਾਸ ਵਿੱਚ ਜਗ੍ਹਾ ਜਗ੍ਹਾ ਗਵਾਹੀ ਮਿਲਦੀ ਹੈ। ਅੱਲਾ ਯਾਰ ਖਾਂ ਲਿਖਦੇ ਨੇ, ਗੰਗੂ ਰਸੋਈਏ ਨੇ ਜੋ ਦੇਖਾ ਯਹ ਇਜ਼ਤਰਾਬ, माता के सतगुरु की किया इसने यह खिताब, गांव मेरा करीब है चलिए वहां जनाब, मांगे उठा के आइए पीछे मेरे शिताब। जल्दी माता जी मेरे पिछे पिछे चलो। मन सदा ही बेईमान थोड़ा हुंदा है। कहंदे मन खुट हर तेरा नहीं विसास, तू महा उदमादा। ਇਹ ਖੋਤੇ ਵਰਗਾ ਹੈ ਮਨ, ਢਿੱਲਾ ਛੱਡ ਦਿਓ ਤੇ ਬੁਰੇ ਫੁਰਨੇ ਹੀ ਪੈਦਾ ਹੋਣਗੇ। ਇਹਦੇ ਤੇ ਲਗਾਮ ਬਾਣੀ ਦੀ ਕੱਸ ਕੇ ਰੱਖਣੀ ਪੈਂਦੀ ਹੈ। ਤੇ ਗਧੇ ਦਾ ਕੀ ਪਤਾ ਹੁੰਦਾ ਕਦੋਂ ਪਛੰਡੇ ਮਾਰਨ ਲੱਗ ਪਵੇ। ਬਸ ਗੰਗੂ ਦਾ ਮਨ ਡੋਲ ਗਿਆ, ਪੈਸਿਆਂ ਤੇ ਬੇਈਮਾਨ ਹੋ ਗਿਆ। 8 ਪੋਹ ਦੀ ਰਾਤ ਪਿੰਡ ਕਾਈਨੌਰ ਪਹੁੰਚੇ ਨੇ। ਇੱਥੋਂ ਇਹਦਾ ਪਿੰਡ ਸਹੇੜੀ 2 ਕਿਲੋਮੀਟਰ ਰਹਿ ਗਿਆ। ਇਹ ਰਾਤ ਇੱਕ ਤਲਾਬ ਦੇ ਕੰਢੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਸਮੇਤ ਗੁਜ਼ਾਰੀ। ਤੋ ਗੰਗੂ ਸਾਰੀ ਰਾਤ ਜਾਗਦਾ ਰਿਹਾ। ਮਾਂ ਦੀ ਅੱਖ ਲੱਗੇ ਤੇ ਪੈਸੇ ਚੁਰਾ ਕੇ ਦੌੜ ਜਾਵਾਂ, ਪਰ ਦਾ ਨਾ ਲੱਗਾ। ਅੱਜ ਕੱਲ੍ਹ ਉੱਥੇ ਗੁਰਦੁਆਰਾ ਬਾਬੇ ਸ਼ਹੀਦਾਂ ਬਣਿਆ। 9 ਪੋਹ ਦਾ ਦਿਨ ਚੜ੍ਹਦਾ ਹੈ। ਜੇ ਆਪਾਂ ਡਿਸਟੈਂਸ ਵੇਖੀਏ ਤੇ ਇਹ ਪਿੰਡ ਚੱਕ ਢੇਰੇ ਤੋਂ ਪਿੰਡ ਕਾਈਨੌਰ ਰੋਪੜ ਦੇ ਵਿੱਚ ਦੀ 27 ਕਿਲੋਮੀਟਰ ਬਣਦਾ ਹੈ। ਇੰਨਾ ਪੈਂਡਾ ਇੱਕ ਦਿਨ ਵਿੱਚ ਤੈਅ ਕੀਤਾ। 9 ਪੋਹ ਦੀ ਸਵੇਰ ਹੋਈ ਹੈ। ਕਹਿੰਦਾ ਮਾਂ ਹੁਣ ਭੋਜਨ ਪਿੰਡ ਸਹੇੜੀ ਮੇਰੇ ਘਰ ਜਾ ਕੇ ਹੀ ਕਰਾਂਗੇ, ਤੋ ਆਪਾਂ ਚੱਲੀਏ। ਪਿੰਡ ਸਹੇੜੀ ਤੋਂ 1 ਕਿਲੋਮੀਟਰ ਬਾਹਰ ਢੱਕ ਦੇ ਵਿੱਚ ਮਾਤਾ ਜੀ ਨੂੰ ਉਜਾੜ ਝਾੜੀਆਂ 'ਚ ਬਿਠਾਤਾ। ਮੈਂ ਪਿੰਡ ਵੇਖ ਆਵਾਂ ਕੋਈ ਖਤਰਾ ਤੇ ਨਹੀਂ, ਆ ਕੇ ਤੁਹਾਨੂੰ ਲੈ ਜਾਣਾ ਹੈ। ਇਹ ਪਿੰਡ ਗਿਆ, ਮੁੜਿਆ ਹੀ ਨਾ। ਤੂੰ ਮਾਤਾ ਜੀ ਨੇ ਦੇਖਿਆ ਉੱਥੇ ਇੱਕ ਕੁੱਲੀ ਹੈ, ਉਸ ਕੁੱਲੀ ਦੇ ਵਿੱਚ ਚਲੇ ਗਏ। ਉਹ ਕਿਸੇ ਮਹਾਂਪੁਰਸ਼ ਦੀ ਸੀ, ਉਹ ਜੰਗਲਾਂ ਵੱਲ ਫਿਰਦਾ ਸੀ। ਉਹ ਫਿਰ ਤੁਰ ਕੇ ਵਾਪਸ ਆਇਆ ਤੇ ਕੀ ਵੇਂਦਾ ਹੈ ਵੀ ਚਿਹਰੇ ਅਜਨਬੀ ਨੇ। ਤੋ ਮਾਂ ਜੀ ਨੂੰ ਪੁੱਛਦਾ ਹੈ, ਮਾਤਾ ਜੀ ਇੱਥੇ ਕਿਵੇਂ? ਤੋ ਮਾਤਾ ਜੀ ਨੀਤੀਵਾਨ ਨੇ, ਪਤਾ ਵੈਰੀ ਹੈ ਸਿੱਖ ਜਗਤ ਦਾ, ਭੇਦ ਨਹੀਂ ਦੇਣਗੇ। ਤੋ ਸਹਿ ਸੁਭਾ ਕਹਿੰਦੇ ਬਸ ਐਵੇਂ ਹੀ ਬੈਠੇ ਆ। ਤੇ ਉੱਥੇ ਗੁਰਦੁਆਰਾ ਐਮਾ ਸਾਹਿਬ ਬਣਿਆ ਹੈ ਅੱਜ ਕੱਲ੍ਹ। ਉਹ ਮਹਾਂਪੁਰਸ਼ ਨੇ ਬਹੁਤੇ ਸਵਾਲ ਨਹੀਂ ਕੀਤੇ, ਨੂਰਾਨੀ ਚਿਹਰਾ ਵੇਖਿਆ, ਕਹਿੰਦਾ ਮਾਤਾ ਜੀ ਆਰਾਮ ਕਰੋ, ਚਲਿਆ ਗਿਆ ਆਪ। ਸ਼ਾਮਾਂ ਪਈਆਂ ਤੇ ਗੰਗੂ ਮੁੜਿਆ। ਪਿੰਡ ਪਿੰਡ ਕਹਿੰਦਾ ਮਾਂ ਢੰਡੋਰਾ ਪਿੱਟਿਆ ਜਾ ਰਿਹਾ ਹੈ, ਜਿਹੜਾ ਗੁਰੂ ਕੇ ਪਰਿਵਾਰ ਦੀ ਮਦਦ ਕਰੇਗਾ ਕੋਲੂ ਪੀੜਿਆ ਜਾਵੇਗਾ। ਜਦੋਂ ਰੋਹ ਪੀਂਦੇ ਹੋ ਨਾ, ਉਹ ਗੰਨੇ ਵੇਖੇ ਹੋਣੇ ਤੁਸੀਂ, ਕੋਲੂ ਦੇ ਵਿੱਚ ਦੀ ਕੱਢੇ ਜਾਂਦੇ ਨੇ। ਇੰਨੇ ਜ਼ਾਲਮ ਸਨ ਮੁਗਲ ਲੋਕ, ਜਿਹੜਾ ਗੁਰੂ ਕਿਆਂ ਦੇ ਪੱਖ ਵਿੱਚ ਹੁੰਦਾ ਸੀ ਉਹਨੂੰ ਕੋਲੂ ਪੀੜ ਦਿੰਦੇ ਸਨ।
परिवार नूं कोल्हू थाणी कढ दिंदे सन। माता जी नूं लैके घर गया, 9 पो दी रात है। बेईमान जांदियां ही मां सोभी नूं कहंदा है, माता धन बड़ा है मां गुजरी कोल, इन्हां नूं रोटी विच जहर पा दे ते धन मैं सांभ लवांगा। इहनूं बाणी पता की कहंदी है, असंख चोर हराम खोर, खा के हराम करना मालकां दा। और हराम खोर दी सज़ा जे बंदा ना दे सके ते रब जरूर दिंदा है। सो कृत घण नहीं बनना चाहिए। जे किसी ने कदर पाई है तो वह मुल समझिया करो, वह अदब रखिया करो। वैसे अजकल कृत घणता बड़ी उच्ची अवधि ते है। जे कोई उंगल पकड़ा देवे तो अगले नूं पला फड़ के सुट लैंदे ने, मिध के अगे लंघदे ने लोग। खैर हिसाब किताब परमात्मा आपे कर लैंदा है। मां ने मना कर दिता सोभी ने भी मैं पाप नहीं करना, ते तू भी ना सोच। भोजन प्रशादा पानी छकिया जो थोड़ा बहुता हाजर सी। माता जी साहबजादियां नूं छाती ते लैके पै गए। गंगू ने रात नूं पैसे दी खुरजी उठाई, टोआ पुटिया विच दबा दिती। अल्लाह यार खां लिखते ने, माता के साथ डब्बा था एक जेवरात का, ललचा जिसे था देख के जी बदसिफात का। कहते हैं जबकि वक्त हुआ आधी रात का, जी में किया ना खौफ कुछ आका की मात का। मोहरों का बदरा और वो डब्बा उड़ा गया, धोखे से बरहमन वो खजाना चुरा गया। ये भी नहीं खौफ किया भी मेरे मालक दी मां है जिहदा मैं लूण खाना है। वो मोहरां भी लुका लईआं, गहणे भी लुका लए। भाई दुन्ना सिंह हंडूरीए ने भी लिखिया, हजूरी कवि गुरु गोबिंद सिंह कहंदे, भई रैन खुरजी तन लीनी, जाकर चोए मह गड्ड दीनी। टोए विच वो खुरजी दब दिती। सवेर हुई, माता जी आखण लगे, गंगिया चंगा कीता पुत्रा, माया साਂਭ लई। हालात बड़े विगड़े हुए ने, कई इत्थे चोर ने। कहंदा मां मैनू नहीं पता तुहाडी माया कित्थे है, ये तो तुहानू सांभ के रखनी चाहिदी सी। कोई चोर लै गया होवेगा। तुहानू मैं पहलां कहा सी साजो समान संभाल के रखियो। मां कहंदी गंगिया मैं देखिया है तू उठा के लै गया सी माया, चंगा कीता सांभ लई। जिहड़ा बंदा झूठा हुंदा ना फिर तड़पदा बड़ा है। जदों सच्ची गल कोई तीर वांगू वजे ना, अखां लाल हो गईयां। कहंदा मैनू चोर कहंदे हो। मां कहंदी नहीं चोर नहीं कहा, मैं ये कहा तू भला कीता माया सांभ लई है। कहंदा आने बहाने चोर ही कह रहे हो, इल्जाम ला रहे हो मेरे ते। एक ते बागी गुरु परिवार नूं पनाह दिती है, खतरा मुल लिया है। एक चोर कह रहे हो। हुण तुहानू दिखावांगा मैं भी ये चोर की करता है। माता समझ गए, बेईमान होया। कहंदा मैं चलिया ठाणे। माता जी कहंदे कहर ना कमा, नमक खादा है तू। कहंदा नहीं, असल विच इहदी नीति यह है भी पैसे ते मैं सांभ लए, मैं की लैणा हुण गुरु परिवार तो। हुण जे सरकार नूं शिकायत लावां ते दोहरा नाम मिलेगा। दोने हथ लड्डू रखी फिरदा है। दौड़िया गुस्से विच पिंड खेड़ी दे चौधरी कोल गया तो जाके कहंदा गुरु परिवार मेरे घर है, चल शिकायत करिए ठाणे। चौधरी ने कुछ करिंदे घल्ले भी जाके पहरा लाओ गंगू दे घरों माता ते बच्चे दौड़ ना जाण। आप मरिंडे ठाणे चले गए। उत्थे जा करके कोतवाली 10 पोह नूं शिकायत लिखवाई। गुरु गोबिंद सिंह दी माता लाल
ਜੋਰਾਵਰ ਸਿੰਘ, ਫਤਿਹ ਸਿੰਘ ਮੇਰੇ ਕੋਲ ਘਰ ਨੇ, ਉਹਨਾਂ ਨੂੰ ਤੁਸੀਂ ਗ੍ਰਿਫਤਾਰ ਕਰ ਲਓ, ਕੈਦ ਵਿੱਚ ਲੈ ਲਓ, ਤੇ ਮੈਨੂੰ ਇਨਾਮ ਚਾਹੀਦਾ ਹੈ, ਉਹ ਵੀ ਦੋਹਰਾ। ਸਰਕਾਰ ਦਾ ਕਰਮ ਹੈ, ਉਹਨਾਂ ਨੇ ਇਹ ਕਰਨਾ ਸੀ। ਫੌਜਾਂ ਲਈਆਂ, ਜਾਨੀ ਖਾਂ ਮਾਨੀ ਖਾਂ, 2 ਇੰਸਪੈਕਟਰ, ਉਹ ਚੌਂਕੀ ਇੰਚਾਰਜ, ਉਹ ਭਾਈ, ਉਹ ਸਹੇੜੀ ਪਿੰਡ ਪਹੁੰਚੇ। ਕੋਈ 3 ਕਿਲੋਮੀਟਰ ਹੈ ਮੁਰੰਡੇ ਤੋਂ ਪਿੰਡ ਗੰਗੂ ਦਾ ਸਹੇੜੀ। ਮਾਤਾ ਜੀ ਨੂੰ, ਬੱਚਿਆਂ ਨੂੰ ਗ੍ਰਿਫਤਾਰ ਕੀਤਾ। ਗੰਗੂ ਨੂੰ ਇਨਾਮ ਦਿੱਤਾ ਗਿਆ। ਕੈਦ ਕਰਕੇ 10 ਪੋਹ ਨੂੰ ਬੇੜੀਆਂ ਵਿੱਚ ਜਕੜ ਕੇ ਜਾਨੀ ਮਾਨੀ ਰੰਗੜ ਦੋਏ ਭਾਈ ਉਨ ਆਨ ਮੁਰਿੰਡੇ ਕਰ ਰੱਖੈ ਬਹਾਈ। ਉਹਨਾਂ ਕੈਦ ਕਰਕੇ ਤੇ ਬਿਠਾ ਲਿਆ ਮਰਿੰਡੇ ਥਾਣੇ, ਜਿੱਥੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੈ। ਇਹੋ ਜਗ੍ਹਾ ਹੈ। ਦੋਵਾਂ ਭਾਈਆਂ ਚੋਂ ਇੱਕ 10 ਪੋਹ ਦੀ ਰਾਤ ਨੂੰ ਹੀ ਮੰਜ਼ਲਾਂ ਮਾਰਦਾ ਸਰਹੰਦ ਪਹੁੰਚਿਆ ਸੂਬੇ ਕੋਲ, ਨਾਜ਼ਮ ਵਜ਼ੀਰ ਖਾਂ ਕੋਲ। ਨਾਜ਼ਮ ਬੜਾ ਦੁਖੀ ਹੈ ਵੀ ਗੁਰੂ ਗੋਬਿੰਦ ਸਿੰਘ 10 ਲੱਖ ਦੇ ਘੇਰੇ ਨੂੰ ਉਡਾ ਕੇ ਨਿਕਲ ਗਿਆ ਹੈ। ਉਂਗਲਾਂ ਤੇ ਦੰਦੀਆਂ ਵੱਢ ਰਿਹਾ ਸੀ। ਗੁਰੂ ਦੇ ਸਾਹਮਣੇ ਕੌਣ ਟਿਕ ਸਕਦਾ ਹੈ? ਗੁਰੂ ਵਰਗੀ ਹਸਤੀ ਕੋਈ ਹੈ ਹੀ ਨਹੀਂ। ਸਭ ਤੇ ਵੱਡ ਸਮਰੱਥ ਗੁਰਦੇਵ, ਦੀਨ ਦੁਨੀਆ ਦੇ ਮਾਲਕ ਸਮਰੱਥ ਨੇ, ਅਜ਼ਮਤਾਂ ਵਿੱਚ ਸ਼ਰਸਾਰ ਨੇ। ਆ ਪਤਾ ਨਹੀਂ ਸਾਡੇ ਪ੍ਰਚਾਰਕਾਂ ਨੂੰ ਅੱਜ ਕੱਲ੍ਹ ਇੱਕ ਬਿਮਾਰੀ ਪੈ ਗਈ ਹੈ। ਇਹ ਜਿਉਂ ਸਟੇਜ ਤੇ ਬਹਿੰਦੇ ਆਖਣਗੇ ਕਰਾਮਾਤ ਹੈ ਨਹੀਂ। ਅਖੇ ਸਿੱਖੀ 'ਚ ਕਰਾਮਾਤ ਹੈ ਨਹੀਂ। ਜੇ ਕਰਾਮਾਤ ਨਾ ਹੋਵੇ ਤੇ ਇੰਨੀ ਰੌਣਕ ਕਾਹਦੀ ਹੈ ਇੱਥੇ? ਇਹ ਝੋਲੀਆਂ ਨਾ ਭਰਦੀਆਂ ਹੁਣ ਤੇ ਨੱਕ ਕਾਹਦੇ ਲਈ ਰਗੜਦੇ ਹੋ ਇੱਥੇ? ਇਹਨਾਂ ਕਦੇ ਧਿਆਨ ਨਾਲ ਪੜ੍ਹਿਆ ਹੀ ਨਹੀਂ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਗੁਰੂ ਰਾਮਦਾਸ ਗੋਟੋਲ ਦਾ ਸਪਿਰਚੁਅਲ ਮਿਰੈਕੂਲਸ ਸੁਪਰਨੈਚੁਰਲ ਪਾਵਰਸ, ਹਰ ਅਜ਼ਮਤ ਵਿੱਚ ਸ਼ਰਸਾਰ ਹੈ ਗੁਰੂ ਰਾਮਦਾਸ। ਅਸਲ ਜਿਹੜੇ ਆਪ ਖਾਲੀ ਭਾਂਡੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਸਾਰੇ ਉਹਨਾਂ ਵਰਗੇ ਹੀ ਨੇ। ਤੋ ਜੇ ਕੋਈ ਕਥਾਕਾਰ ਵਿਦਵਾਨ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਗੱਲ ਆਖੇ ਤੇ ਕੁਫਰ ਤੋਲ ਰਿਹਾ ਹੈ, ਬਾਹੋਂ ਫੜ ਕੇ ਪੁੱਛ ਲਿਆ ਕਰੋ, ਦਿਖਾ ਬਾਣੀ ਵਿੱਚ ਕਿੱਥੇ ਲਿਖਿਆ ਕਰਾਮਾਤ ਹੈ ਨਹੀਂ ਹੈ? ਸਿੱਖੀ ਖਲੋਤੀ ਕਰਾਮਾਤ ਤੇ ਹੈ। ਅਗੇ ਸਾਇੰਸ ਨਹੀਂ ਮੰਨਦੀ। ਤੇ ਅਸੀਂ ਸਾਇੰਸ ਨੂੰ ਕਦੋਂ ਤੋਂ ਧਰਮ ਦੇ ਸਿਰ ਤੇ ਬਹਾ ਲਿਆ? ਸਾਇੰਸ ਆਪਣੇ ਘਰ ਹੈ, ਅਸੀਂ ਆਪਣੇ ਘਰ ਹੈ। ਕਹਿੰਦੇ ਜੀ ਫਿਰ ਸਾਇੰਸ ਨੇ ਤੇ ਗੱਡੀਆਂ ਦਿੱਤੀਆਂ, ਤੋ ਸਾਇੰਸ ਨੇ ਤੇ ਇਹ ਲਾਈਟਾਂ ਦਿੱਤੀਆਂ, ਰੌਣਕਾਂ ਦਿੱਤੀਆਂ। ਮਟੀਰੀਅਲਿਸਟਿਕ ਵਰਲਡ ਸਾਇੰਸ ਦਾ ਪੈਦਾ ਕੀਤਾ। ਮਟੀਰੀਅਲ ਕਿੰਨਾ ਦਿੱਤਾ? ਅੱਗ ਵੀ ਸਭ ਤੋਂ ਵੱਧ ਇਸੇ ਸਾਇੰਸ ਨੇ ਲਾਈ ਹੈ। ਇਨਵਾਇਰਮੈਂਟ ਦੀ ਬਰਬਾਦੀ ਵੀ ਇਸੇ ਸਾਇੰਸ ਨੇ ਕੀਤੀ ਹੈ। ਜਿਹੜੀ 100 ਵਰ੍ਹੇ ਤੋਂ ਐਵਰੇਜ ਲਾਈਫ 60 ਵਰ੍ਹੇ ਰਹਿ ਗਈ, ਇਹ ਵੀ ਸਾਇੰਸ ਦੀ ਦੇਣ ਹੈ। ਤੇ ਸਾਇੰਸ ਨੂੰ ਫਿਰ ਇਹ ਵੀ ਕਹਿ ਦਿਓ ਨਾ ਆਰਟੀਫਿਸ਼ਲ ਸਾਹ ਹੀ ਤਿਆਰ ਕਰ ਦੇਣ, ਨਹੀਂ ਕਰ ਸਕਣਗੇ। ਇਹ ਸਾਇੰਸ ਭੋਗ ਹੀ ਤਾਰਿਆ। ਅਕਾਲ ਪੁਰਖ ਨੇ ਤੈਨੂੰ ਪੈਦਾ ਕੀਤਾ ਹੈ। ਰੰਚਕ ਰੇਤ ਖੇਤ ਧਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਵੈਸੇ ਬਲੇਮ ਵੀ ਕਰ ਦਿੱਤਾ ਜਾਂਦਾ ਹੈ। ਸਾਇੰਸਦਾਨ ਵੀ ਸਾਰੇ ਨਹੀਂ ਨਾਸਤਕ, 1-2 ਹੀ ਹੁੰਦੇ ਨੇ। ਡਾਕਟਰ ਵੀ ਸਾਰੇ ਨਹੀਂ ਨਾਸਤਕ, 1-2 ਹੀ ਹੁੰਦੇ ਨੇ। ਤਰਕ ਉਹ ਦਿੰਦੇ ਨੇ, ਨਾ ਸਾਇੰਸ ਹੀ ਆਉਂਦੀ ਹੈ ਨਾ ਮੈਡੀਕਲ ਲਾਈਨ ਵਿੱਚ ਹੀ ਕੁਝ ਆਉਂਦਾ ਜਾਂਦਾ ਹੈ। ਜਾਂ ਢੋਲਕੀਆਂ ਕੁੱਟਣ ਲੱਗਦੇ, ਕੁਦਰਤੀ ਰੱਬ ਹੈ, ਰੱਬ ਹੈ ਨਹੀਂ, ਇਹ ਉਹ ਕਰਾਮਾਤ ਹੈ ਨਹੀਂ। ਪੜ੍ਹਿਆ ਕੁਝ ਵੀ ਨਹੀਂ ਹੈ ਬਾਣੀ ਚੋਂ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਕਲਾ ਦੇ ਸਹਿਤ ਨੇ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ। ਤੋ ਜਿਹੜੇ ਕਲਾ ਦੇ ਸਹਿਤ ਨੇ ਉਹਨਾਂ ਦੇ ਅੱਗੇ 10 ਲੱਖ ਦਾ ਘੇਰਾ ਕੀ ਕਰੇਗਾ? ਨਾਜ਼ਮ ਬੜਾ ਦੁਖੀ ਹੈ। ਫੌਜਾਂ ਮਿਟਾ ਕੇ ਗੁਰੂ ਗੋਬਿੰਦ ਸਿੰਘ ਨਿਕਲ ਗਿਆ ਹੈ। ਤਾਂ ਉਹ ਮਰਿੰਡੇ ਦਾ ਥਾਣੇਦਾਰ ਕਹਿੰਦਾ ਘਬਰਾਉਂਦੇ ਕਿਉਂ ਹੋ? ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲ ਤੇ ਮਾਂ ਕੈਦ ਵਿੱਚ ਹੈ, ਤੁਹਾਡੇ ਕੋਲ ਲੈ ਆਉਣਾ ਹੈ। ਦੇਖਿਓ ਮਮਤਾ ਦਾ ਮਾਰਿਆ ਗੁਰੂ ਗੋਬਿੰਦ ਸਿੰਘ ਗਿੜਗੜਾਵੇਗਾ ਤੁਹਾਡੇ ਪੈਰਾਂ ਵਿੱਚ ਆ ਕੇ। ਇਹਨਾਂ ਮੂਰਖਾਂ ਨੂੰ ਸਮਝ ਨਹੀਂ ਹੈ ਗੁਰੂ ਗੋਬਿੰਦ ਸਿੰਘ ਉਹ ਹਸਤੀ ਹੈ ਜਿੱਥੇ ਸੁੱਖ ਦੁੱਖ ਦਾ ਕੋਈ ਅਸਰ ਨਹੀਂ ਹੁੰਦਾ।
ਜੇ ਮਮਤਾ ਦਾ ਵੱਜਿਆ ਹੁੰਦਾ ਤੇ 17-14 ਵਰਿਆਂ ਦੇ ਲਾਲ ਅਜੀਤ ਸਿੰਘ ਜੁਝਾਰ ਸਿੰਘ ਨੂੰ 10 ਲੱਖ ਨੰਗੀਆਂ ਤਲਵਾਰਾਂ ਤੇ ਨੱਚਣ ਨਾ ਭੇਜਦਾ। ਇਹ ਨਾ ਕਹਿੰਦਾ ਜਾ ਕੇ ਸ਼ਹਾਦਤ ਪਾਓ। ਕੋਈ ਜਰਨੈਲ ਬੱਚੇ ਨਹੀਂ ਮਰਵਾਉਂਦਾ, ਉਹ ਵੀ ਨਾਬਾਲਗ, ਉਹਨਾਂ ਨੂੰ ਤਾਂ ਘਰ ਛੱਡ ਆਉਂਦੇ ਜਰਨੈਲ। ਇਹ ਗੁਰੂ ਗੋਬਿੰਦ ਸਿੰਘ ਨੇ, ਉਹਨਾਂ ਵਰਗੀ ਕੋਈ ਹਸਤੀ ਨਹੀਂ ਹੈ। ਸੋ ਮਹਾਰਾਜ ਮੁਹਤਾਜੀ ਨਹੀਂ ਰੱਖਦੇ। ਸਤਿਗੁਰ ਮੇਰਾ ਬੇਮੁਹਤਾਜਾ, ਮਾਈ ਗੁਰੂ ਇਜ਼ ਟੋਟਲੀ ਇੰਡੀਪੈਂਡੈਂਟ। ਉਹ ਨਹੀਂ ਵੱਜਿਆ ਮੋਹ ਦੇ ਵਿੱਚ, ਉਹ ਨਹੀਂ ਵੱਜਿਆ ਕਿਸੇ ਦੇ ਹੁਕਮ ਦਾ। ਐਸੀ ਅਜ਼ਮਤ ਹੈ ਉਹਦੇ ਵਿੱਚ। ਖੈਰ ਉਹ ਰਾਤ ਹੀ ਫੌਜਾਂ ਘੱਲੀਆਂ ਵਜ਼ੀਰ ਖਾਨੇ, ਜਾਓ ਬੱਚਿਆਂ ਨੂੰ ਮਾਂ ਨੂੰ ਕੈਦ ਕਰਕੇ ਮੋਰਿੰਡੇ ਠਾਣਿਓ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਰਹੰਦ ਲੈ ਆਓ। ਸਿਪਾਹੀ ਗਏ। 11 ਪੋਹ ਨੂੰ ਸਵੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਮਾਤਾ ਗੁਜਰੀ, ਪੈਰਾਂ ਵਿੱਚ ਬੇੜੀਆਂ, ਹੱਥਾਂ ਵਿੱਚ ਹੱਥ ਘੜੀਆਂ, ਕੈਦ ਕਰਕੇ ਮਰਿੰਡੇ ਤੋਂ ਸਰਹੰਦ ਲਿਆਂਦੇ ਗਏ। ਇਤਿਹਾਸ ਨੂੰ ਜਦੋਂ ਵਾਚਦੇ ਹੋ, ਭਾਈ ਰਤਨ ਸਿੰਘ ਭੰਗੂ ਵੀ ਲਿਖਦੇ ਨੇ, ਇਹ ਸੁਨ ਫੌਜ ਨਵਾਬ ਚੜ ਆਈ, ਲਏ ਸਿਰਹੰਦ ਉਨ ਢਿੱਗ ਮੰਗਾਈ। ਉਹਨੇ ਸਰਹੰਦ ਗੁਰੂ ਪਰਿਵਾਰ ਨੂੰ ਮੰਗਵਾ ਲਿਆ ਹੈ। ਤੋ ਉੱਥੇ ਵਜ਼ੀਰ ਖਾਨ ਨੇ ਹੁਕਮ ਕੀਤਾ ਹੈ, ਠੰਡੇ ਬੁਰਜ ਕੈਦ ਕਰ ਦਿਓ। ਤੋ ਕਚਹਿਰੀ ਲੱਗੀ ਹੈ, ਅੱਜ ਪਹਿਲੀ ਪੇਸ਼ੀ ਹੋਵੇਗੀ ਸਾਹਿਬਜ਼ਾਦਿਆਂ ਦੀ। 11 ਪੋਹ ਨੂੰ ਹੀ ਪਹਿਲੀ ਪੇਸ਼ੀ ਹੋਈ ਸੀ। ਸੂਬਾ ਸਰਹੰਦ ਨੇ ਹੁਕਮ ਕੀਤਾ ਠੰਡੇ ਬੁਰਜ ਕੈਦ ਕਰਨ ਦਾ। ਇਹ ਠੰਡਾ ਬੁਰਜ ਅੱਜ ਕੱਲ੍ਹ ਦਾ ਏਸੀ ਗੈਸਟ ਹਾਊਸ ਸਮਝ ਲਓ, ਜਿਵੇਂ ਅਫਸਰਾਂ ਦੇ ਹੁੰਦੇ ਨੇ ਨਾ। ਅਸਲ ਵਿੱਚ ਕੀ ਸੀ ਵੀ ਇੱਕ ਉੱਚਾ ਬੁਰਜ ਹੈ ਤੇ ਬੁਰਜ ਠੰਡਾ ਰੱਖਣ ਲਈ ਉਹਦੇ ਇਰਦ ਗਿਰਦ ਖਾਈ ਨੁਮਾ ਇੱਕ ਜਲ ਦਾ ਸੋਮਾ ਹੈ। ਤੋ ਜਦੋਂ ਗਰਮ ਹਵਾ ਜਲ ਨਾਲ ਟਕਰਾਉਂਦੀ ਹੈ, ਠੰਡੀ ਹੋ ਕੇ ਉਹ ਵੱਜਦੀ ਹੈ ਬੁਰਜ ਨੂੰ, ਤੇ ਬੁਰਜ ਠੰਡਾ ਹੋ ਜਾਂਦਾ ਹੈ। ਬੁਰਜ ਤੇ ਪਿੱਲਰ ਕੱਢੇ ਹੋਏ ਨੇ, ਤੋ ਵਿੱਚ ਚਿਣਾਈ ਨਹੀਂ ਕੀਤੀ, ਹਵਾਦਾਰ ਰੱਖਿਆ ਸੀ। ਉੱਥੇ ਗਰਮੀਆਂ ਵਿੱਚ ਵਜ਼ੀਰ ਖਾਂ ਟਿਕਿਆ ਕਰਦਾ ਸੀ। ਤੁਸੀਂ ਇਹ ਹਿਸਾਬ ਲਾਓ ਵੀ ਪੋਹ ਹੈ, ਦਸੰਬਰ ਹੈ, ਤੇ ਕੋਈ ਰਜਾਈ ਨਹੀਂ, ਕੋਈ ਤਲਾਈ ਨਹੀਂ, ਕੋਈ ਨਿੱਘਾ ਬਸਤਰ ਨਹੀਂ ਦਿੱਤਾ ਗਿਆ। ਫਰਸ਼ ਤੇ ਹੀ ਟਿਕਣਾ ਪਵੇਗਾ, ਰਾਤ ਕੱਢਣੀ ਪਵੇਗੀ। ਕਚਹਿਰੀ ਲੱਗੀ, ਸਿਪਾਹੀ ਆ ਗਏ ਸਾਹਿਬਜ਼ਾਦਿਆਂ ਨੂੰ ਲੈਣ। ਮਾਂ ਸਾਡੇ ਨਾਲ ਤੋਰ, ਨਾਜ਼ਮ ਬੁਲਾ ਰਿਹਾ ਹੈ। ਮਾਂ ਕਹਿੰਦੀ ਕਚਹਿਰੀ ਚੋਰਾਂ, ਡਾਕੂਆਂ, ਲੁਟੇਰਿਆਂ ਲਈ ਲੱਗਦੀ ਹੈ, ਕਾਤਲਾਂ ਲਈ ਲੱਗਦੀ ਹੈ। ਮੇਰੇ ਬੱਚਿਆਂ ਦਾ ਕੀ ਗੁਨਾਹ ਹੈ? ਕਹਿੰਦੇ ਮਾਂ ਅਸੀਂ ਹੁਕਮ ਦੇ ਬੱਝੇ ਹਾਂ। ਮਾਂ ਨੇ ਮੱਥੇ ਚੁੰਮੇ, ਕਹਿੰਦੀ ਖਿਆਲ ਰੱਖਿਓ ਤੁਹਾਡੀਆਂ ਰਗਾਂ ਵਿੱਚ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਲਹੂ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਲਹੂ ਹੈ। ਤੁਹਾਡੇ ਵੱਡੇ ਵਡੇਰੇ ਤੱਤੀ ਤਵੀ ਤੇ ਬਹਿ ਕੇ ਵੀ ਸੀ ਨਹੀਂ ਕਰਦੇ। ਤੁਹਾਡਾ ਦਾਦਾ ਚਾਂਦਨੀ ਚੌਂਕ ਸ਼ਹੀਦ ਹੋਇਆ, ਸਿਰੜ ਨਹੀਂ ਛੱਡਿਆ। ਤੁਹਾਡੇ ਪਿਤਾ ਦੇ ਸਾਵੇਂ ਮੁਗਲਿਆ ਸਲਤਨਤ 22 ਧਾਰ ਦੇ ਰਾਜਪੂਤਾਣੇ ਦੇ ਰਾਜੇ ਅੜੇ ਰਹੇ, ਪਿਤਾ ਨਹੀਂ ਝੁਕਿਆ। ਤੋ ਬੱਚਿਓ ਝੁਕਣਾ ਤੁਸੀਂ ਵੀ ਨਹੀਂ ਹੈ। ਸਾਹਿਬਜ਼ਾਦਿਆਂ ਦੇ ਬੋਲ ਸੀ, ਜੋ ਤਨ ਚੀਰਹਿ ਅੰਗ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋਂ। ਮਾਤਾ ਧਰਮ ਨੂੰ, ਅਕਾਲ ਪੁਰਖ ਨੂੰ ਪਿੱਠ ਨਹੀਂ ਦੇਵਾਂਗੇ, ਚਾਹੇ ਸਿਰ ਦੇਣਾ ਪੈ ਜਾਵੇ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਐਸੀ ਭਾਵਨਾ। ਦਾਦੀ ਫਿਕਰ ਨਾ ਕਰੀ, ਅਸੀਂ ਸਿਦਕ ਤੋਂ ਨਹੀਂ ਡੋਲਾਂਗੇ। ਚਰਨੀ ਮੱਥਾ ਟੇਕਿਆ ਮਾਂ ਦੇ, ਚੱਲ ਪਏ ਨੇ। ਹੁਣ ਤੁਸੀਂ ਦੇਖਦੇ ਹੋ ਜਿਹੜੇ ਕਿਲੇ ਹੁੰਦੇ ਨੇ, ਕੈਸਲ, ਉਹਨਾਂ ਦੇ ਦਰਵਾਜ਼ੇ ਬੜੇ ਵੱਡੇ ਹੁੰਦੇ ਨੇ, ਤੋਂ ਵਿੱਚ ਇੱਕ ਛੋਟਾ ਦਰਵਾਜ਼ਾ ਹੁੰਦਾ ਹੈ।
ਤਖਤ ਦੇ ਸਾਹਮਣੇ ਉਹ ਖਿੜਕੀ ਨੁਮਾ ਦਰਵਾਜ਼ਾ, ਵੀ ਜਦੋਂ ਵੀ ਕੋਈ ਲੰਘੇ ਤੇ ਸਿਰ ਝੁਕਾ ਕੇ ਲੰਘੇ, ਤਖਤ ਨੂੰ ਸਿਰ ਝੁਕੇ। ਉਹ ਸਿਪਾਹੀ ਲੰਘੇ ਦਰਵਾਜ਼ਾ ਖੋਲ ਕੇ, ਵੀ ਜਿਵੇਂ ਅਸੀਂ ਲੰਘਾਂਗੇ ਬੱਚੇ ਵੀ ਉੱਦਾਂ ਲੰਘਣਗੇ। ਬੱਚਿਆਂ ਦੀ ਆਦਤ ਹੁੰਦੀ ਰੀਸ ਕਰਨੀ, ਉਹਨਾਂ ਨੂੰ ਨਹੀਂ ਪਤਾ ਸਰੀਰ ਬੱਚਿਆਂ ਦੇ ਨੇ, ਵਿੱਚ ਬਾਬੇ ਬੈਠੇ ਹੋਏ ਨੇ। ਤੋ ਜਦੋਂ ਸਾਹਿਬਜ਼ਾਦੇ ਲੰਘਣ ਲੱਗੇ ਤੇ ਪਹਿਲਾਂ ਸਿਰ ਨਹੀਂ ਅੰਦਰ ਕੀਤਾ, ਪਹਿਲਾਂ ਆਪਣੇ ਚਰਨ ਅੰਦਰ ਕੀਤੇ। ਨਾਜ਼ਮ ਵਜ਼ੀਰ ਖਾਂ ਤਖਤ ਤੇ ਬੈਠਾ, ਜਿਹੜਾ ਸਿਰ ਝੁਕੇ ਵੇਖਣੇ ਚਾਹੁੰਦਾ ਸੀ, ਜਦੋਂ ਜੁੱਤੀ ਦਾ ਤਿੱਲਾ ਵੇਖਿਆ ਤਿਲ ਮਿਲਾ ਉੱਠਿਆ। ਅੰਦਰ ਲੰਘ ਕੇ ਸਾਹਿਬਜ਼ਾਦਿਆਂ ਨੇ ਗੱਜ ਵੱਜ ਕੇ ਫਤਿਹ ਬੁਲਾਈ ਐ। ਸਤੀ ਕਪਣੀ ਅੱਗ ਲੱਗ ਉੱਠੀ ਮੁਗਲਿਆ ਸਲਤਨਤ ਦੇ ਦਰਬਾਰ ਵਿੱਚ। ਨਾਜ਼ਮ ਵਜ਼ੀਰ ਖਾਂ ਵਰਗੇ, ਸੁੱਚਾ ਨੰਦ ਵਰਗੇ ਗਰਜ ਕੇ ਬੋਲੇ, ਤੁਹਾਡੇ ਬਾਪ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਹੈ ਜਿੱਥੇ ਫਤਿਹ ਕਬੂਲ ਹੋਵੇਗੀ, ਇੱਥੇ ਸਜਦਾ ਕਰਨਾ ਪੈਂਦਾ ਹੈ। ਸਾਹਿਬਜ਼ਾਦੇ ਕਹਿੰਦੇ, ਇਹ ਸਿਰ ਗੁਰੂ ਪਰਮੇਸ਼ਰ ਤੋਂ ਬਿਨਾਂ ਨਹੀਂ ਝੁਕਦਾ। ਨੈਣੀ ਦੇਖੋ ਗੁਰਦਰਸ਼ਨੋ, ਗੁਰਚਰਣੀ ਮੱਥਾ। ਇਹ ਗੁਰੂ ਪਰਮੇਸ਼ਰ ਅੱਗੇ ਝੁਕਦਾ ਹੈ। ਡਰਾਉਣ ਲੱਗੇ। ਨਾਜ਼ਮ ਵਜ਼ੀਰ ਖਾਂ ਕਹਿੰਦਾ, ਸਾਹਿਬਜ਼ਾਦਿਓ ਪਿਤਾ ਤੁਹਾਰਾ ਗੜ ਚਮਕੌਰ ਘੇਰ ਗਹਿ ਮਾਰਾ। ਤੁਹਾਡਾ ਪਿਤਾ ਚਮਕੌਰ ਦੀ ਗੜੀ ਘੇਰ ਕੇ ਖਤਮ ਕਰ ਦਿੱਤਾ ਹੈ। ਸਾਹਿਬਜ਼ਾਦਿਆਂ ਪਤਾ ਕੀ ਕਿਹਾ? ਹੱਸ ਪਏ। ਕਹਿੰਦੇ, ਵਜ਼ੀਰ ਖਾਂ ਸਾਡਾ ਪਿਤਾ ਅਕਾਲ ਦਾ ਸਰੂਪ ਹੈ। ਤੋ ਅਵਤਾਰ ਜਿਹੜੇ ਹੁੰਦੇ ਨੇ ਮਰਜ਼ੀ ਨਾਲ ਦੁਨੀਆ ਤੇ ਆਉਂਦੇ ਨੇ ਤੇ ਮਰਜ਼ੀ ਨਾਲ ਜਾਂਦੇ ਨੇ। ਉਹ ਜੰਮਣ ਮਰਨ ਦੇ ਅਧੀਨ ਨਹੀਂ ਹੁੰਦੇ, ਮਾਰਿਆ ਨਹੀਂ ਉਹਨਾਂ ਨੂੰ ਜਾ ਸਕਦਾ। ਜਦੋਂ ਉਹਨਾਂ ਨੂੰ ਭਾਵੇ ਉਹ ਦੁਨੀਆ ਤੋਂ ਜਾਂਦੇ ਨੇ। ਆਪ ਮੁਕਤ ਮੁਕਤ ਕਰੈ ਸੰਸਾਰੋਂ, ਐਸੀਆਂ ਰੂਹਾਂ ਹੁੰਦੀਆਂ ਨੇ। ਕਹਿੰਦੇ, ਤੂੰ ਇੱਕ ਗੱਲ ਦਾ ਜਵਾਬ ਦੇ, ਕਦੇ ਕੋਈ ਆਕਾਸ਼ ਨੂੰ ਮਾਰ ਸਕਿਆ? ਕਦੇ ਕੋਈ ਸੁਮੇਰ ਪਰਬਤ ਨੂੰ ਚਲਾਏਮਾਨ ਕਰ ਸਕਿਆ ਹੈ? ਕਦੇ ਕੋਈ ਸੂਰਜ ਨੂੰ ਪਕੜ ਸਕਿਆ ਹੈ? ਕੋਈ ਹਵਾਵਾਂ ਨੂੰ ਗੁਲਾਮ ਕਰ ਸਕਿਆ ਹੈ? ਕਹਿੰਦਾ ਨਹੀਂ। ਤੇ ਫਿਰ ਕਹਿੰਦੇ, ਗੁਰੂ ਗੋਬਿੰਦ ਸਿੰਘ ਦੀ ਇਹਨਾਂ ਨਾਲੋਂ ਵੀ ਬੁਲੰਦ ਹਸਤੀ ਹੈ। ਤੂੰ ਗੁਰਾਂ ਦਾ ਕੀ ਵਿਗਾੜ ਸਕਦਾ ਹੈ? ਬਾਣੀ ਨੂੰ ਕਦੇ ਧਿਆਨ ਨਾਲ ਪੜ੍ਹਿਓ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰ ਨੂੰ ਅੱਪੜ ਕੋਏ ਨਾ ਸਕਈ। ਜਿਸ ਵੱਲ ਸਿਰਜਣ ਹਾਰਿਆ, ਗੁਰੂ ਦੇ ਤੁਲ ਕੋਈ ਨਹੀਂ ਹੈ, ਕੋਈ ਅੱਪੜ ਨਹੀਂ ਸਕਦਾ। ਟਪਲਾ ਖਾਧਾ ਵਜ਼ੀਰ ਖਾਂ ਨੇ। ਕਹਿੰਦਾ, ਅੱਛਾ ਚਲੋ ਮੰਨ ਲਿਆ ਤੁਹਾਡਾ ਪਿਤਾ ਨਹੀਂ ਮਰਿਆ। ਕੁਫਰ ਤੋਲ ਰਹੇ ਸਨ, ਝੂਠ ਬੋਲ ਰਹੇ ਸਨ। ਕਹਿੰਦੇ, ਤਹਿ ਤੁਮਰੇ ਦਵੈ ਭਰਾਤ ਪ੍ਰਹਾਰੇ, ਸੰਗੀ ਸਿੰਘ ਸਗਲ ਸੋ ਮਾਰੇ। ਤੁਹਾਡੇ ਜਿੰਨੇ ਵੀ ਸਿੰਘ ਸਨ ਮਾਰੇ ਨੇ ਚਮਕੌਰ ਦੀ ਗੜੀ ਤੇ, ਤੁਹਾਡੇ ਭਾਈਆਂ ਦੇ ਟੋਟੇ ਟੋਟੇ ਕਰਕੇ ਸੁੱਟਿਆ ਹੈ ਉਹਨਾਂ ਨੂੰ। ਸਾਹਿਬਜ਼ਾਦਿਆਂ ਜਵਾਬ ਦਿੱਤਾ, ਵਜ਼ੀਰ ਖਾਂ ਮੈਦਾਨੇ ਜੰਗ ਵਿੱਚ ਕੱਟੇ ਜਾਣ ਵਾਲੇ ਮਰਦੇ ਨਹੀਂ, ਅਮਰ ਹੁੰਦੇ ਨੇ। ਮੌਤ ਘਰ ਵਿੱਚ ਆਉਂਦੀ ਹੈ। ਕਿੰਨੇ ਲੋਕ ਵੇਖੋ ਦੁਨੀਆ ਤੇ ਮਰਦੇ ਨੇ, ਕੌਣ ਯਾਦ ਕਰਦਾ ਹੈ? ਜਿਹੜੇ ਮੈਦਾਨੇ ਜੰਗ ਵਿੱਚ ਮਰਦੇ ਨੇ ਉਹ ਅਮਰ ਹੁੰਦੇ ਨੇ। ਜਿਸ ਮੌਤ ਦੀ ਤੂੰ ਬਾਤ ਪਾਉਣਾ ਹੈ, ਸਾਡੇ ਲਈ ਉਹ ਜ਼ਿੰਦਗੀ ਹੈ। ਸੂਰਿਆਂ ਦੇ ਸਰੀਰ ਮਿਟਦੇ ਨੇ, ਨਾਮ ਅਮਰ ਹੁੰਦੇ ਨੇ। ਕਬੀਰ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ, ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਐਸੇ ਦਲੇਰੀ ਭਰੇ ਜਵਾਬ ਸੁਣ ਕੇ ਕਚਹਿਰੀ ਵਿਚਲੇ ਲੋਕ ਦੰਗ ਰਹਿ ਗਏ। ਇਹ ਤੇ ਡਰਦੇ ਨਹੀਂ, ਹੁਣ ਲਾਲਚ ਦਿੱਤੇ ਜਾਣ ਲੱਗੇ। ਸਾਹਿਬਜ਼ਾਦਿਓ ਵੱਡੇ ਹੋਗੇ ਤੇ ਸ਼ਹਿਜ਼ਾਦੀਆਂ ਦੇ ਡੋਲੇ ਮਿਲਣਗੇ, ਤਖਤੋ ਤਾਜ ਦਵਾਂਗੇ, ਧਰਮ ਛੱਡ ਦਿਓ, ਈਨ ਮੰਨ ਲਓ, ਕਲਮਾ ਪੜ੍ਹ ਲਓ, ਮੁਸਲਮਾਨ ਬਣ ਜਾਓ। ਤੇ ਸਾਹਿਬਜ਼ਾਦਿਆਂ ਜਵਾਬ ਦਿੱਤਾ, ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸਕਾ ਮੁਹਤਾਜਾ। ਬੰਦੇ ਦੇ ਰੱਜ ਦਿੱਤਿਆਂ ਰੱਜ ਥੋੜ੍ਹੀ ਆਉਂਦਾ ਹੈ, ਰੱਜ ਤੇ ਆਉਂਦਾ ਹੈ ਪਰਮਾਤਮਾ ਜੇ ਬਖਸ਼ਿਸ਼ ਕਰੇ। ਬੰਦਾ ਬੰਦੇ ਨੂੰ ਕਿੱਥੇ ਰਜਾ ਸਕਦਾ ਹੈ? ਅੱਛਾ, ਬੰਦੇ ਕੋਲੋਂ ਅੱਜ ਮੰਗੋ, ਕੱਲ ਮੰਗੋ, 2-3 ਦਿਨ ਝੋਲੀ ਭਰ ਵੀ ਦੇਵੇਗਾ। ਰੋਜ਼ ਮੰਗੋਗੇ ਤੇ ਅਗਲਾ ਡਾਂਗ ਫੜ ਕੇ ਸਿਰ 'ਚ ਮਾਰੇਗਾ।
ਵੀ ਤੈਨੂੰ ਸਭ ਕੁਝ ਲੁਟਾ ਦੇਵਾਂ ਮੈਂ। ਤੁਸੀਂ ਰੋਜ਼ ਮੰਗਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਤੋਂ, ਝੋਲੀਆਂ ਭਰੀ ਜਾਂਦਾ ਹੈ। ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੈ ਧਾਏ, ਕਿਤੇ ਮੋੜਦਾ ਹੈ। ਕਹਿੰਦੇ ਤੇਰੀਆਂ ਦਾਤਾਂ ਦੀ ਲੋੜ ਨਹੀਂ ਹੈ। ਨਾਜ਼ਮ ਵਜ਼ੀਰ ਖਾਂ ਝੋਲੀ ਇੱਕ ਹੈ, ਇੱਕ ਅਕਾਲ ਪੁਰਖ ਅੱਗੇ ਅੱਡਦੇ ਆ, ਜਗ੍ਹਾ ਜਗ੍ਹਾ ਨਹੀਂ ਅੱਡੀ ਜਾਂਦੀ। ਨਾਲੇ ਜੋ ਕੁਝ ਤੂੰ ਦਵੇਂਗਾ ਇਹ ਮਿਟ ਜਾਣ ਵਾਲਾ ਹੈ। ਇਹਨਾਂ ਦੇਖਿਆ ਨਹੀਂ ਮੰਨਦੇ। ਕਹਿੰਦੇ ਜਾਓ ਦਾਦੀ ਕੋਲ ਲੈ ਜਾਓ, ਜਦੋਂ ਠੰਡੇ ਬੁਰਜ ਦੀ ਸੀਤ ਚੜ੍ਹੀ ਸਰੀਰ ਨੂੰ ਫਿਰ ਆਪੇ ਈਨ ਮੰਨਣਗੇ। ਇਹਨਾਂ ਦੀ ਦਾਦੀ ਨੂੰ ਕਹਿ ਦਿਓ ਤੇਰੇ ਘਰ ਦੇ 2 ਚਿਰਾਗ ਬੁਝਾ ਦਿੱਤੇ ਨੇ ਅਜੀਤ ਸਿੰਘ ਜੁਝਾਰ ਸਿੰਘ, 2 ਦੀਵੇ ਰਹਿ ਗਏ ਨੇ, ਜੇ ਇਹ ਬੁਝ ਗਏ ਤੇ ਗੁਰੂ ਗੋਬਿੰਦ ਸਿੰਘ ਦੀ ਕੁੱਲ ਮਿਟ ਜਾਵੇਗੀ। ਮਾਈ ਬੱਚੇ ਰੱਖਣੇ ਨੇ ਤੇ ਦੀਨੇ ਇਸਲਾਮ ਵਿੱਚ ਲੈ ਆ ਇਹਨਾਂ ਨੂੰ। ਨਾਲ ਹੁਕਮ ਕੀਤਾ ਕੁਝ ਖਾਣ ਨੂੰ ਨਹੀਂ ਦੇਣਾ, ਕੁਝ ਪੀਣ ਨੂੰ ਨਹੀਂ ਦੇਣਾ, ਕੁਝ ਓੜਨ ਲਈ ਨਹੀਂ ਦੇਣਾ। ਸੀਤ ਬੁਰਜ ਦੇ ਵਿੱਚ ਠਰ ਠਰ ਕਰਦਿਆਂ ਰਾਤ ਲੰਘਣੀ ਚਾਹੀਦੀ ਹੈ ਇਹਨਾਂ ਦੀ। ਇਸੇ ਤਰ੍ਹਾਂ ਹੋਇਆ। ਸਾਹਿਬਜ਼ਾਦੇ ਚਲੇ ਗਏ, ਦੌੜ ਕੇ ਪੌੜੀਆਂ ਚੜ੍ਹੇ, ਮਾਂ ਨੇ ਗਲ ਨਾਲ ਲਾਏ। ਤੁਸੀਂ ਇੱਕ ਗੱਲ ਨੋਟ ਕਰਿਓ, ਜਦੋਂ ਬੱਚਾ ਸਕੂਲ ਜਾਂਦਾ ਨਾ, ਜੇ ਤਾਂ ਨੰਬਰ ਆ ਜਾਣ ਚੰਗੇ, ਪੇਪਰਾਂ 'ਚ ਹੋ ਜਾਵੇ ਪਾਸ, ਤੇ ਘਰ ਦੌੜ ਕੇ ਆਵੇਗਾ, ਮਾਂ ਦੇ ਗਲ ਲੱਗੇਗਾ। ਤੇ ਜੇ ਕਿਧਰੇ ਫੇਲ ਹੋਵੇ ਤੇ ਪੌੜੀਆਂ ਚੜ੍ਹਨੀਆਂ ਹੀ ਪਰਬਤ ਲੱਗਦੀਆਂ ਨੇ, ਕੰਬਦਾ ਕੰਬਦਾ ਆਉਂਦਾ ਹੈ। ਦੌੜ ਕੇ ਪੌੜੀਆਂ ਚੜ੍ਹੇ ਨੇ ਕਿਉਂਕਿ ਇਮਤਿਹਾਨ 'ਚੋਂ ਪਾਰ ਲੰਘ ਕੇ ਆਏ ਨੇ। ਈਨ ਨਹੀਂ ਮੰਨੀ, ਮਾਂ ਨੂੰ ਖੁਸ਼ੀ ਖੁਸ਼ੀ ਦੱਸਿਆ ਅੱਜ ਆਹ ਕੁਝ ਹੋਇਆ ਉੱਥੇ। ਦੇਖੋ ਦੁੱਖ ਸੁੱਖ ਸਾਰਿਆਂ ਦੇ ਜੀਵਨ 'ਚ ਆਉਣੇ ਨੇ, ਨਾ ਗੁਰੂ ਪੀਰਾਂ ਦੇ ਜੀਵਨ ਵਿੱਚ ਹੀ ਸੁੱਖ ਰਿਹਾ ਹੈ, ਨਾ ਆਪਣੇ ਹੀ ਰਹਿਣਾ ਹੈ। ਸਦਾ ਦੁੱਖ ਵੀ ਨਹੀਂ ਰਹਿੰਦਾ। ਕਈ ਆਖਣਗੇ ਲੈ ਬਾਣੀ ਪੜ੍ਹਨ ਦਾ ਕੀ ਫਾਇਦਾ, ਮੇਰੇ ਤੇ ਦੁੱਖ ਆ ਗਿਆ ਘਰ ਵਿੱਚ। ਜਿਹੜੇ ਬਾਣੀ ਦਾ ਹੀ ਰੂਪ ਹੋ ਗਏ ਉਹ ਵੀ ਦੁੱਖ ਭੋਗਦੇ ਰਹੇ ਨੇ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹਾ। ਅੱਗ ਇੱਕ ਸ਼ਾਇਰ ਕਹਿੰਦਾ ਇਸ ਦੁਨੀਆ में कोई बेगम नहीं है, अगर है तो वो बनी आदम नहीं है। ਇੱਥੇ ਕੋਈ ਬੇਗਮ ਨਹੀਂ, ਜੇ ਕੋਈ ਹੈ ਤੇ ਉਹ ਫਿਰ ਆਦਮ ਦੀ ਜਾਤ ਨਹੀਂ, ਭਾਵ ਉਹ ਬੰਦਾ ਨਹੀਂ ਹੋਣਾ, ਰੱਬ ਹੀ ਹੋਵੇਗਾ। ਦੁੱਖ ਹਰ ਘਰ ਵਿੱਚ ਆਉਂਦੇ ਨੇ। ਕਲਗੀਧਰ ਵੀ ਕਹਿੰਦੇ ਨੇ ਬਬੀ ਗਰਦਸ਼ੇ ਬੇਵਫਾਏ ਜ਼ਮਾ ਕੇ ਬਰਹਰ ਬਾ ਗੁਜ਼ਰਦ ਮਾਕੀਨੋ ਮਕਾਂ। ਔਰੰਗਜ਼ੇਬ ਹਰ ਮਕਾਨ ਦੇ ਉੱਪਰੋਂ, ਹਰ ਮਹਿਲ ਦੇ ਉੱਪਰੋਂ, ਕੁੱਲੀ ਦੇ ਉੱਪਰੋਂ ਸਮੇਂ ਦਾ ਸਾਇਆ ਲੰਘਦਾ ਏ। ਦੁੱਖ ਸੁੱਖ ਆਉਂਦੇ ਨੇ, ਕੋਈ ਬੇਗਮ ਨਹੀਂ ਹੈ ਇੱਥੇ। ਖੈਰ 11 ਪੋਹ ਦੀ ਰਾਤ ਲੰਘੀ, ਸੋਦਰ ਦਾ ਜਾਪ ਕਰਦਿਆਂ ਵੱਡਿਆਂ ਦੀਆਂ ਸਾਖੀਆਂ ਮਾਂ ਸੁਣਾਉਂਦੀ ਰਹੀ। ਸੀਤ ਹੈ ਥੱਲੇ, ਮਾਤਾ ਨੇ ਗੋਦ ਵਿੱਚ ਹੀ ਲੈ ਛੱਡੇ ਬੱਚੇ ਵੀ ਕਿਤੇ ਠੰਡ ਨਾ ਲੱਗ ਜਾਵੇ। 12 ਪੋਹ ਚੜ੍ਹੀ ਹੈ, ਸਿਪਾਹੀ ਆ ਗਏ, ਮਾਤਾ ਨੇ ਮੱਥੇ ਚੁੰਮ ਕੇ ਆਸ਼ੀਰਵਾਦ ਦੇ ਕੇ ਫਰਜ਼ੰਦ ਤੋਰ ਦਿੱਤੇ। ਸੂਬੇ ਦੀ ਕਚਹਿਰੀ ਵਿੱਚ ਜਾ ਕੇ ਫਤਿਹ ਗਜਾਈ, ਤਿਲਮਿਲਾ ਉੱਠਿਆ ਸੂਬਾ। ਸਾਹਿਬਜ਼ਾਦਿਓ ਤੁਹਾਡੀਆਂ ਇਹਨਾਂ ਬੇਖੌਫ ਹਰਕਤਾਂ ਕਰਕੇ ਤੁਹਾਨੂੰ ਐਸੀ ਮੌਤ ਮਾਰਾਂਗਾ ਲੋਕਾਈ ਯਾਦ ਕਰੇਗੀ। ਸਿੱਖੀ ਦੇ ਨਾਂ ਤੋਂ ਤੌਬਾ ਕਰਨਗੇ ਲੋਕ, ਸਿੱਖ ਬਣਨਾ ਛੱਡ ਦੇਣਗੇ ਲੋਕ। ਤੁਸੀਂ ਝੁਕ ਨਹੀਂ ਰਹੇ। ਸੁੱਚਾਨੰਦ ਕਹਿੰਦਾ ਸਾਹਿਬਜ਼ਾਦਿਓ ਨਵਾਬ ਜੀ ਦਾ ਹੁਕਮ ਹੈ, ਇਸਲਾਮ ਕਬੂਲ ਕਰ ਲਓ ਨਹੀਂ ਤੇ ਮੌਤ ਮਿਲੇਗੀ। ਸਾਹਿਬਜ਼ਾਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਜ਼ੁਲਮ ਅੱਗੇ ਨਿਭ ਜਾਣਾ ਕਾਇਰਤਾ ਹੈ। ਬੁਝਦਿਲ ਬਣ ਕੇ ਜਿਉਣ ਨਾਲੋਂ ਮੌਤ ਚੰਗੀ ਹੈ। ਬੁਝਦਿਲਾਂ ਨੂੰ ਲੋਕ ਕਿੱਥੇ ਯਾਦ ਕਰਦੇ ਨੇ, ਲਾਹਨਤਾਂ ਹੀ ਪਾਉਂਦੇ ਨੇ। ਯਾਦ ਸ਼ਹੀਦਾਂ ਦੀ ਰਹਿੰਦੀ ਹੈ। ਤੋ ਰਾਜ ਭਾਗ ਦਾ ਲਾਲਚ ਦਿੰਦੇ ਹੋ, ਇਹ ਇੱਕ ਨਾ ਇੱਕ ਦਿਨ ਮਿਟੇਗਾ। ਨਾਲੇ ਸਾਨੂੰ ਇਹ ਮੌਤ ਦਾ ਡਰ ਨਾ ਦਿਓ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਏ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਦੀਨ ਲਈ ਇੱਕ ਵਾਰ ਬੰਦਾ ਮਰਦਾ ਫਿਰ ਅਮਰ, ਨਾਮ ਉਹਦਾ ਸਦਾ ਰਹਿੰਦਾ ਹੈ। ਖੈਰ ਸੁੱਚਾਨੰਦ
ਤਿਲ ਮਿਲਾ ਉੱਠਿਆ ਹੈ। ਉੱਥੇ ਸਾਰਿਆਂ ਨੇ ਬਚਨ ਕੀਤਾ ਵੀ ਇਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਹੈ, ਤੇ ਹਰੇ 12 ਸਾਲ ਤੋਂ ਛੋਟੇ ਨੇ, ਕੁਰਾਨ ਹਾਮੀ ਨਹੀਂ ਭਰਦਾ ਬੱਚਿਆਂ ਤੇ ਜ਼ੁਲਮ ਕਰਨ ਦੀ, ਤੋ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਇਹਨਾਂ ਨੂੰ ਜਾਣ ਦੇਣਾ ਚਾਹੀਦਾ ਹੈ। ਸੁੱਚਾ ਨੰਦ ਕਹਿੰਦਾ ਨਹੀਂ, ਮੈਂ ਕੁਝ ਸਵਾਲ ਜਵਾਬ ਕਰ ਲਵਾਂ ਫਿਰ ਫੈਸਲਾ ਲਿਓ। ਦੇਖੋ, ਹਿੰਦੂ ਹੈ, ਹਰ ਧਰਮ ਦੇ ਵਿੱਚ ਚੰਗੇ ਮੰਦੇ ਪੁਰਸ਼ ਹੁੰਦੇ ਨੇ। ਭੁੱਲ ਗਿਆ ਹੈ ਵੀ ਇਹ ਸਾਡਾ ਜੰਜੂ ਇਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ, ਪਰ ਅਸਲ ਗੁਲਾਮ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਹੁਕਮਰਾਨ ਨੂੰ ਖੁਸ਼ ਕਰਕੇ ਇਨਾਮ ਲੈਣੇ। ਤੋ ਸੁੱਚਾ ਨੰਦ ਆਖਣ ਲੱਗਾ, ਨੀਕੇ ਬਾਲਕ ਤੁਮ ਮਤ ਜਾਨੋ, ਨਾਗੋਂ ਕੇ ਇਹ ਪੂਤ ਬਖਾਨੋ। ਦੁਨਾ ਸਿੰਘ ਢੂਰੀਏ ਨੇ ਲਿਖਿਆ, ਕਹਿੰਦਾ ਨਾਗ ਦੇ ਬੱਚੇ ਕਿਹਾ ਸੁੱਚਾ ਨੰਦ ਨੇ, ਉਹ ਇਸ ਲਈ ਕਿਹਾ, ਆਖਣ ਲੱਗਾ ਭਰੇ ਦਰਬਾਰ ਵਿੱਚ ਸਾਹਿਬਜ਼ਾਦੇ, ਉਹ ਮੰਨ ਲਓ ਤੁਹਾਨੂੰ ਛੱਡ ਦਈਏ, ਤੁਸੀਂ ਨਾਬਾਲਗ ਹੋ, ਕੀ ਕਰੋਗੇ? ਤੋ ਸਾਹਿਬਜ਼ਾਦੇ ਕਹਿੰਦੇ ਜੰਗਲਾਂ ਵਿੱਚ ਜਾਵਾਂਗੇ। ਉਹ ਜਿਹੜਾ ਖਾਲਸਾ ਖਿੰਡ ਪੁੰਡ ਗਿਆ ਹੈ, ਚਮਕੌਰ ਦੀ ਗੜੀ ਦੇ ਜੰਗ ਤੋਂ ਬਾਅਦ ਉਹਨਾਂ ਨੂੰ ਇਕੱਠਾ ਕਰਾਂਗੇ, ਇਕੱਠਿਆਂ ਕਰਕੇ ਤੁਹਾਡੇ ਤੇ ਹਮਲਾ ਕਰਾਂਗੇ, ਤੇ ਵਜ਼ੀਰ ਖਾਂ ਤੇਰੇ 2 ਟੋਟੇ ਕਰਾਂਗੇ। ਸੁੱਚਾ ਨੰਦ ਕਹਿੰਦਾ, ਕੈਸੀਆਂ ਬਾਤਾਂ ਪਾਉਂਦੇ ਹੋ, ਨਾਜ਼ਮ ਨਾਲ ਮੱਥਾ ਕਿੱਥੇ ਲਾਉਣ ਜੋਗੇ ਹੋ ਤੁਸੀਂ? ਫਿਰ ਗ੍ਰਿਫਤ ਵਿੱਚ ਆ ਜਾਣਾ ਹੈ, ਫਿਰ ਇਹੀ ਰੌਲਾ ਪਵੇਗਾ ਕਟਹਿਰੇ ਦੇ ਵਿੱਚ, ਛੱਡ ਦਿਓ ਨਾਬਾਲਗ ਨੇ। ਛੱਡ ਦਿੱਤਾ ਕੀ ਕਰੋਗੇ? ਕਹਿੰਦੇ ਫਿਰ ਜੰਗਲਾਂ 'ਚ ਜਾਵਾਂਗੇ, ਖਾਲਸਾ ਇਕੱਤਰ ਕਰਾਂਗੇ, ਸਰਹੰਦ ਮਾਰਾਂਗੇ, ਨਾਜ਼ਮ ਦੇ 2 ਟੁਕੜੇ ਕਰਾਂਗੇ। ਤੀਸਰੀ ਵਾਰ ਜਦੋਂ ਸੁੱਚਾ ਨੰਦ ਨੇ ਆਖਿਆ ਨਾ ਵੀ ਜੇ ਫਿਰ ਪਕੜੇ ਗਏ, ਛੱਡ ਦਿੱਤੇ, ਕੀ ਕਰੋਗੇ? ਤੋ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਕਹਿੰਦੇ, ਕਿਉਂ ਬਲਦੀ ਤੇ ਤੇਲ ਪਾਉਣਾ ਹੈ? ਤੈਨੂੰ ਇੱਕ ਵਾਰ ਕਹਿ ਦਿੱਤਾ ਹੈ ਫੌਜ ਇਕੱਤਰ ਕਰਕੇ ਸਰਹੰਦ ਮਾਰਨੀ ਹੈ, ਸੂਬੇ ਦੇ ਟੁਕੜੇ ਕਰਨੇ ਨੇ। ਕਿਉਂ? ਕਿਉਂਕਿ ਸਾਡੇ ਭਾਈਆਂ ਦੇ ਟੁਕੜੇ ਇਹਨੇ ਮੈਦਾਨੇ ਜੰਗ ਵਿੱਚ ਕੀਤੇ ਨੇ। ਸੁੱਚਾ ਨੰਦ ਜਾਂ ਇਹਦੇ ਟੁਕੜੇ ਹੋ ਜਾਣ ਤੇ ਜਾਂ ਸਾਡੇ ਟੁਕੜੇ ਹੋ ਜਾਣ, ਨਹੀਂ ਤੇ ਇਹ ਦੌਰ ਇਦਾਂ ਹੀ ਚੱਲੇਗਾ। ਇਹ ਫਿਰ ਕਵੀ ਦੁਨਾ ਸਿੰਘ ਹੰਡੂਰੀਆ ਕਹਿੰਦੇ, ਸੁੱਚਾ ਨੰਦ ਨੇ ਆਖਿਆ ਸੀ ਸੱਪ ਦੇ ਬੱਚੇ ਨੇ, ਅੱਜ ਇੱਕ ਫਨੀਅਰ ਨਾਗ ਬਣ ਕੇ ਗੁਰੂ ਗੋਬਿੰਦ ਸਿੰਘ ਸਲਤਨਤ ਮੁਗਲੀਆ ਨੂੰ ਡੰਗ ਰਿਹਾ ਹੈ, ਕੱਲ ਨੂੰ 2 ਨਾਗ ਹੋਰ ਤਿਆਰ ਹੋ ਗਏ ਤੇ ਤਿੰਨਾਂ ਨੂੰ ਕਿਵੇਂ ਸੰਭੋਗੇ? ਇਹ ਸਪੋਲਿਆਂ ਨੂੰ ਕੁਚਲ ਦਿਓ। ਤੁਸੀਂ ਵੇਖਿਆ ਨਾ, ਜਦੋਂ ਕਾਕਾ ਪੈਦਾ ਹੁੰਦਾ ਹੈ ਜਾਂ ਲੜਕੀ ਪੈਦਾ ਹੁੰਦੀ ਹੈ ਸਿੱਖਾਂ ਦੇ ਘਰ, ਗ੍ਰੰਥੀ ਸਿੰਘ ਕੋਲ ਕੀ ਆ ਕੇ ਕਹਿੰਦੇ ਨੇ, ਭਾਈ ਜੀ ਬਾਪੂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ, ਭੁਜੰਗ ਪੈਦਾ ਹੋਇਆ ਹੈ ਜਾਂ ਭੁਜੰਗਣ ਪੈਦਾ ਹੋਈ ਹੈ, ਨਾਮ ਰੱਖੋ, ਸ਼ਬਦ ਲਓ। ਇਹ ਪਤਾ ਭੁਜੰਗੀ ਲਫ਼ਜ਼ ਕਦੋਂ ਜੁੜਿਆ ਸਾਡੇ ਨਾਲ? ਜਦੋਂ ਸੁੱਚਾ ਨੰਦ ਨੇ ਆਖਿਆ ਸੀ ਭੁਜੰਗ ਨੇ, ਸੱਪ ਦੇ ਬੱਚੇ ਨੇ। ਔਰ ਜ਼ਫਰਨਾਮੇ 'ਚ ਗੁਰੂ ਗੋਬਿੰਦ ਸਿੰਘ ਨੇ ਮੰਨਿਆ ਹੈ, ਔਰੰਗਜ਼ੇਬ ਤੇਰੇ ਦਰਬਾਰੀਆਂ ਨੇ ਮੇਰੇ ਬੱਚਿਆਂ ਨੂੰ ਸੱਪ ਆਖਿਆ। ਇਹ ਕਿਵੇਂ ਜਾਣਦਾ ਹੈ ਬਾਪੂ? ਬਿਨ ਬੋਲਿਆ ਸਭ ਕੁਛ ਜਾਣਦਾ। ਇਹ ਅਜ਼ਮਤ ਹੈ ਗੁਰੂ ਦੀ। ਇੱਕ ਸ਼ੇਰ ਹੈ ਉਹਨਾਂ ਦਾ ਫਾਰਸੀ ਵਿੱਚ, ਜ਼ਫਰਨਾਮੇ ਵਿੱਚ, ਜਿੱਥੇ ਉਹਨਾਂ ਇਹ ਬਚਨ ਪ੍ਰਗਟ ਕੀਤੇ, ਚਿਹਾ ਸੁਧ ਕੇ ਚੂੰ ਬਚਗਾ ਕੁਸ਼ਤੇ ਚਾਰ ਕੇ, ਬਾਕੀ ਬੈਬਾਦਸਤ ਪੇਚੀਦੇ ਮਾਰ। ਉਹ ਤੂੰ ਕਹਿੰਦਾ ਹੈ 4 ਸਪੋਲੇ ਮਰ ਗਏ, ਭੁਜੰਗ ਮਰ ਗਏ, ਤੋ ਕੀ ਹੋਇਆ? ਫਨੀਅਰ ਸੱਪ ਗੁਰੂ ਗੋਬਿੰਦ ਸਿੰਘ ਜ਼ਿੰਦਾ ਹੈ, ਮੇਰਾ ਖਾਲਸਾ ਫਨੀਅਰ ਸੱਪ ਜ਼ਿੰਦਾ ਹੈ, ਦਿੱਲੀ ਦੇ ਤਖਤ ਨੂੰ ਕੁੰਡਲ ਵਿੱਚ ਲੈ ਕੇ ਚਕਨਾਚੂਰ ਕਰੇਗਾ। ਸਾਡੇ ਨਾਮ ਨਾਲ ਉਦੋਂ ਤੋਂ ਭੁਜੰਗ ਜੁੜਿਆ ਹੈ, ਤਾਂ ਕਹਿ ਦਿੰਦੇ ਭੁਜੰਗੀ। ਕਹਿੰਦੇ ਖਾਲਸਾ ਦੁਸ਼ਮਣਾਂ ਲਈ ਜ਼ਹਿਰੀਲਾ ਸੱਪ ਹੈ, ਤੇ ਸੱਜਣਾ ਦੇ ਲਈ ਖਾਲਸਾ ਛਾਇਆ ਕਰਦਾ ਹੈ, ਗਲਵੱਕੜੀ ਵਿੱਚ ਲੈਂਦਾ ਹੈ। ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫਰਜ਼ੰਦ ਖਲੋਤੇ ਸਨ, ਹੁਕਮ ਹੋਇਆ
ਇਹਨਾਂ ਨੂੰ ਸਜ਼ਾ ਸੁਣਾਈ ਜਾਵੇ, ਇਹ ਨਹੀਂ ਮੰਨਦੇ। ਦੀਨੇ ਇਸਲਾਮ ਤੇ ਨਹੀਂ ਕਹਿੰਦਾ ਬੱਚਿਆਂ ਤੇ ਜ਼ੁਲਮ ਕਰੋ, ਪਰ ਵਜ਼ੀਰ ਖਾਨ ਦੇ ਹੁਕਮ ਵਿੱਚ ਸਜ਼ਾ ਸੁਣਾਈ ਗਈ ਵੀ ਕੱਲ ਨੂੰ ਕੋਮਲ ਜਿੰਦਾਂ ਨੀਹਾਂ ਵਿੱਚ ਚਿਣ ਦਿੱਤੀਆਂ ਜਾਣੀਆਂ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸ਼ਰਅ ਮੁਤਾਬਕ ਫਤਵਾ ਲਾ ਦਿੱਤਾ ਗਿਆ। ਫਤਵਾ ਲਾ ਕਰਕੇ ਮਲੇਰ ਕੋਟਲੇ ਵਾਲੇ ਨਵਾਬ ਨੂੰ ਆਖਿਆ ਗਿਆ ਹੈ, ਸ਼ੇਰ ਮੁਹੰਮਦ ਖਾਂ ਆਏ ਖਿਜਰ ਖਾਂ, ਤੁਹਾਡੇ ਭਰਾ ਨਾਹਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਮਿੱਟੀ ਵਿੱਚ ਮਿਲਾਇਆ ਸੀ, ਜਾਓ ਬਦਲਾ ਲੈ ਲਓ, ਬੱਚਿਆਂ ਦਾ ਕਤਲ ਕਰੋ। ਇਤਿਹਾਸ ਦੇ ਬੋਲ ਨੇ ਰਤਨ ਸਿੰਘ ਭੰਗੂ, ਉਹ ਮਹਾਪੁਰਸ਼ ਲਿਖਦੇ ਨੇ, ਸ਼ੇਰ ਮੁਹੰਮਦ ਨਹਿ ਗਨੀ ਬੋਲਿਓ ਸੀਸ ਹਿਲਾਏ, ਹਮ ਮਾਰੈ ਸ਼ੀਰ ਖੋਰਿਆਂ ਜੰਗ ਮੇ ਔਜਸ ਆਏ। ਸ਼ੀਰ ਖੋਰੇ ਬੱਚੇ ਨਹੀਂ ਮਾਰਾਂਗੇ, ਦੁੱਧ ਵਰਗੇ ਦੰਦ ਨੇ ਇਹਨਾਂ ਦੇ। ਕਿਧਰੇ ਗੁਰੂ ਗੋਬਿੰਦ ਸਿੰਘ ਮੈਦਾਨੇ ਜੰਗ ਵਿੱਚ ਮਿਲੇਗਾ ਤੇ ਭਾਈ ਦਾ ਬਦਲਾ ਲੈ ਲਵਾਂਗੇ। ਇਹ ਉੱਠ ਕੇ ਚਲੇ ਗਏ। ਇਉਂ ਸਮਝੋ ਸੱਚ ਦੀ ਆਵਾਜ਼ ਨਾਲ ਹੀ ਚਲੀ ਗਈ। ਇਹ ਸੋਚਦਾ ਹੈ ਵਜ਼ੀਰ ਖਾਂ ਬੱਚੇ ਡਰਨਗੇ। ਬਾਣੀ ਕਹਿੰਦੀ ਹੈ, ਸੋ ਕਤ ਡਰੈ ਜੇ ਖਸਮ ਸਮਾਰੈ। ਜਿਨ੍ਹਾਂ ਨੂੰ ਬਾਪੂ ਨਾਨਕ ਨਿਰੰਕਾਰੀ ਖੁਦ ਖੁਦਾ ਚੇਤੇ ਆ, ਉਹ ਨਹੀਂ ਡਰਦੇ ਕਿਸੇ ਤੋਂ। ਕਹਿੰਦੇ ਜਾਓ ਇਹਨਾਂ ਨੂੰ ਠੰਡੇ ਬੁਰਜ ਲੈ ਜਾਓ, ਭੁੱਖਿਆਂ ਰੱਖਣਾ, ਕੋਈ ਅੰਨ ਪਾਣੀ ਨਹੀਂ ਦੇਣਾ, ਕੋਈ ਵਸਤਰ ਨਹੀਂ ਦੇਣਾ। ਜਦੋਂ ਸੀਤ ਸਰੀਰ ਨੂੰ ਚੜੀ ਈਨ ਮੰਨਣਗੇ, ਮਾਈ ਇਹਨਾਂ ਦੀ ਨੂੰ ਸਮਝਾ ਦਿਓ, ਮਾਤਾ ਅਖੀਰਲੀ ਰਾਤ ਹੈ, ਦੀਨੇ ਇਸਲਾਮ ਵਿੱਚ ਆ ਜਾਣ, ਕਲਮਾ ਪੜ੍ਹ ਲੈਣ, ਨਹੀਂ ਤੇ ਗੁਰੂ ਗੋਬਿੰਦ ਸਿੰਘ ਦੀ ਕੁੱਲ ਕੱਲ ਨੂੰ ਮਿਟ ਜਾਵੇਗੀ ਦੁਨੀਆ ਤੋਂ। ਮਾਂ ਕੋਲ ਗਏ ਦੌੜ ਕੇ, ਛਾਤੀ ਨਾ ਲਾਇਆ ਮਾਂ ਨੇ। ਮਾਂ ਦੀਆਂ ਲੋਰੀਆਂ ਵਿੱਚ ਵੀ ਬਾਣੀ ਹੈ, ਗੁਰ ਇਤਿਹਾਸ ਹੈ, ਸੋਦਰ ਜਾਪ ਕੀਤਾ ਗਿਆ, ਬਾਣੀ ਪੜ੍ਹੀ ਗਈ, ਰਹਿਰਾਸ ਪੜ੍ਹੀ ਗਈ। ਰਾਤ ਵੱਡਿਆਂ ਵਡੇਰਿਆਂ ਦੀਆਂ ਸਾਖੀਆਂ ਸੁਣਾਈਆਂ ਮਾਈ ਨੇ, ਕੁਰਬਾਨੀਆਂ ਨਾਲ ਸ਼ਰਸਾਰ ਇਤਿਹਾਸ ਸੁਣਾਇਆ। 13 ਪੋਹ ਦੀ ਸਵੇਰ ਚੜ੍ਹੀ ਹੈ, ਧਰਮ ਰੱਖਿਅਕ ਮਾਤਾ ਗੁਜਰੀ ਦੇ ਫਰਜ਼ੰਦਾਂ ਨੂੰ ਲੈਣ ਸਿਪਾਹੀ ਆ ਗਏ। ਮਾਂ ਸਾਡੇ ਨਾਲ ਤੋਰ, ਅੱਜ ਨੀਹਾਂ ਵਿੱਚ ਚਿਣਨਾ ਹੈ ਇਹਨਾਂ ਨੂੰ। ਇਹ ਜਿਹੜੀ 12 ਪੋਹ ਦੀ ਰਾਤ ਲੰਘੀ ਨਾ, ਇਹ ਉਹ ਰਾਤ ਸੀ ਜਦੋਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੇ ਘਰੋਂ ਜੋ ਥੋੜ੍ਹੇ ਬਹੁਤੇ ਗਹਿਣੇ ਗੱਟੇ ਸਨ, ਮਾਈ ਕੋਲੋਂ, ਘਰ ਵਾਲੀ ਕੋਲੋਂ ਲਿਆ ਕੇ ਸਿਪਾਹੀਆਂ ਨੂੰ ਦੇ ਕੇ ਬੱਚਿਆਂ ਨੂੰ ਦੁੱਧ ਪਿਆਇਆ ਸੀ। ਖੈਰ ਉਹਨੂੰ ਸਜ਼ਾ ਦਿੱਤੀ ਗਈ। ਕੋਲੂ ਪੀੜਿਆ ਗਿਆ ਉਸ ਮਹਾਂਪੁਰਸ਼ ਦਾ ਪਰਿਵਾਰ। ਧਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਈਂ ਦੁੱਧ ਪਿਆਇਆ। ਸਾਡਾ ਸਿਜਦਾ ਹੈ ਉਸ ਮਹਾਂਪੁਰਸ਼ ਅੱਗੇ। ਉੱਥੇ ਗੁਰਦੁਆਰਾ ਬਾਬਾ ਮੋਤੀ ਰਾਮ ਜੀ ਬਣਿਆ ਹੋਇਆ ਹੈ। ਪੇਸ਼ੀ ਤੇ ਚੱਲੇ ਨੇ ਨਵਾਬ ਦੇ ਹੁਕਮ ਵਿੱਚ। ਖੈਰ ਮਾਤਾ ਜੀ ਨੇ ਅੰਮ੍ਰਿਤ ਵੇਲੇ ਉਠਾਇਆ, ਥੋੜਾ ਬਹੁਤਾ ਜਲ ਸੀ, ਚਿਹਰੇ ਸਾਫ਼ ਕੀਤੇ, ਦਸਤਾਰਾਂ ਸੋਹਣੀਆਂ ਬੰਨੀਆਂ। ਉਹ ਖੁਰਜੀ 'ਚ ਚੋਲੇ ਸਨ, ਅੱਜ ਬਦਲੇ ਨੇ, ਉਹ ਚੋਲੇ ਪਾ ਦਿੱਤੇ। ਛੋਟੀਆਂ ਛੋਟੀਆਂ ਕਲਗੀਆਂ ਲਾਈਆਂ। ਗੋਬਿੰਦ ਦੇ ਲਾਲ ਨੇ ਨਾ ਖੁਦ ਖੁਦਾ ਦੇ ਕਲਗੀ ਲਾਉਂਦੀ ਹੈ। ਅੱਲਾ ਯਾਰ ਖਾਨ ਨੇ ਇੱਕ ਚਿੱਤਰ ਖਿੱਚਿਆ ਹੈ, ਫਾਰਸੀ ਦੇ ਉਹਦੇ ਬੋਲ ਨੇ, ਸ਼ਹੀਦਾਨੇ ਵਫਾ ਕਦੇ ਪੜ੍ਹਿਓ, ਗੰਜੇ ਸ਼ਹੀਦਾਂ ਕਦੇ ਪੜ੍ਹਿਓ। ਮਾਂ ਨੂੰ ਪੁੱਛਦੇ ਨੇ, ਮਾਂ ਅੱਜ ਇੰਨੀ ਰੀਝ ਨਾਲ ਤਿਆਰ ਕਿਉਂ ਕਰਦੀ ਹੈ? ਤੇ ਮਾਂ ਦਾ ਜਵਾਬ ਸੀ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, केसों को कंगी कर दूं, जरा मुंह धुला तो लूं, प्यारे सरों पे नन्ही सी कलगी सजा तो लूं, मरने से पहले तुमको मैं दुल्हा बना तो लूं। बच्चों, ਜਦੋਂ ਫਰਜ਼ੰਦ ਘੋੜੀ ਚੜੇ ਨਾ, ਲਾੜੀ ਨੂੰ ਵਿਆਹੁਣ ਤੁਰੇ, ਤੋ ਮਾਵਾਂ ਇਦਾਂ ਹੀ ਤਿਆਰ ਕਰਦੀਆਂ ਨੇ। ਬੜੇ ਵਿਆਹ ਹੁੰਦੇ ਨੇ ਦੁਨੀਆ ਤੇ, ਨਾ ਤੇ ਇਦਾਂ ਦੀ ਲਾੜੀ ਕਿਸੇ ਨੇ ਅੱਜ ਤੱਕ ਵਿਆਹੀ ਹੈ, ਤੇ ਨਾ ਇੰਨੀ ਛੋਟੀ ਉਮਰ ਵਿੱਚ ਕੋਈ ਲਾੜਾ ਹੀ ਅੱਗੇ ਬਣਿਆ ਹੈ। ਮੌਤ ਵਿਆਹੁਣ ਚੱਲੇ ਹੋ, ਮੱਥੇ ਚੁੰਮ ਕੇ ਮਾਂ ਤੋਰਨ ਲੱਗੀ, ਡੰਡੌਤ ਕਰਕੇ ਮਾਈ ਨੂੰ ਚੱਲ ਪਏ ਨੇ।
ਚੌਂਕੜਾ ਲਾ ਕੇ ਬੁਰਜ ਦੇ ਨਾਲ ਬਹਿ ਗਈ, ਕਿਉਂਕਿ ਅਸੀਮ ਸ਼ਕਤੀ ਚਾਹੀਦੀ ਹੈ ਇਸ ਦੁੱਖ ਨੂੰ ਜਰਨ ਦੇ ਲਈ, ਤੇ ਸ਼ਕਤੀ ਮਿਲਦੀ ਹੈ ਪਰਮ ਸ਼ਕਤੀ ਨਾਲ, ਖੁਦ ਖੁਦਾ ਗੁਰੂ ਨਾਨਕ ਨਾਲ ਜੁੜ ਕੇ, ਅਕਾਲ ਪੁਰਖ ਨਾਲ ਜੁੜ ਕੇ। ਚੌਂਕੜਾ ਲਾਇਆ ਅੰਤਰ ਧਿਆਨ ਹੋਈ ਨੇ, ਪਹਿਲੀ ਆਵਾਜ਼ ਆਪਣੀ ਨਹੁੰ ਰਾਣੀ ਮਾਈ ਜੀਤੋ ਨੂੰ ਦਿੱਤੀ, ਜੀਤੋ ਤੇਰੇ ਪੁੱਤਰ ਮੌਤ ਵਰਨ ਚੱਲੇ ਨੇ, ਤਿਆਰ ਕਰਕੇ ਮੈਂ ਤੋਰੇ ਨੇ, ਸਾਂਭ ਲਈ ਮੇਰੀ ਗੋਦ ਤੋਂ, ਕਦੇ ਜੁਦਾ ਨਹੀਂ ਹੋਏ ਤੇਰੀ ਗੋਦ ਵੱਲ ਆਉਣ ਲੱਗੇ ਨੇ। ਮੈਂ ਸ਼ਹੀਦਾਂ ਦੀ ਕਤਾਰ ਵਿੱਚ ਅੱਗੇ ਹੋਵਾਂਗੀ, ਮੈਂ ਵੀ ਤੇਰੇ ਕੋਲ ਆਉਂਦੀ ਹਾਂ। ਬੱਚੇ ਜਾ ਰਹੇ ਨੇ, ਮਾਤਾ ਚੌਂਕੜਾ ਲਾ ਕੇ ਅਕਾਲ ਪੁਰਖ ਦੇ ਵਿੱਚ ਜੁੜ ਗਈ। ਜਦੋਂ ਭਰੀ ਕਚਹਿਰੀ ਵਿੱਚ ਆਖਿਆ ਗਿਆ, ਦੀਨੇ ਸਲਾਮ ਕਬੂਲੋ ਨਹੀਂ ਤੇ ਨੀਹਾਂ ਵਿੱਚ ਚਿਣੇ ਜਾਓਗੇ। ਸਾਹਿਬਜ਼ਾਦੇ ਕਹਿੰਦੇ, ਵਜ਼ੀਰ ਖਾਂ, ਜਿਸ ਧਰਮ ਵਿੱਚ ਆਗਾਜ਼ ਹੋਇਆ ਹੈ ਸਾਡੇ ਲਈ ਸੋਭਨੀਕ ਹੈ। ਸਿੱਖੀ ਸਾਡੀ ਚੋਣ ਨਹੀਂ ਹੈ, ਇਹ ਚੋਣ ਅਕਾਲ ਪੁਰਖ ਨੇ ਕੀਤੀ ਹੈ। ਤੋ ਜੋ ਉਹਨੂੰ ਭਾਉਂਦਾ ਠੀਕ ਹੈ। ਤੂੰ ਇਹਨਾਂ ਸਾਨੂੰ ਦੱਸ, ਇਹ ਮਕਤਲ ਹੈ ਕਿਹੜੀ ਜਿੱਥੇ ਨੀਹਾਂ ਵਿੱਚ ਸਾਨੂੰ ਖਿਲਾਰਨਾ ਹੈ? ਸਾਨੂੰ ਮੌਤ ਦਾ ਡਰ ਨਹੀਂ, ਧੂ ਕੇ ਨਹੀਂ ਲਿਜਾਣਾ ਪਵੇਗਾ, ਅਸੀਂ ਆਪ ਚੱਲ ਕੇ ਉੱਥੇ ਜਾਵਾਂਗੇ। ਇਸ਼ਾਰਾ ਹੋਇਆ ਉਹ ਜਗ੍ਹਾ ਹੈ, ਮਕਤਲ ਵੱਲ ਨੂੰ ਮਕਤੂਲ ਚੱਲ ਪਏ ਕਤਲ ਹੋਣ ਦੇ ਲਈ, ਨੀਹਾਂ ਵਿੱਚ ਚਿਣੇ ਜਾਣ ਲੱਗੇ। ਤੋ ਵੱਡੇ ਨੇ 7 ਸਾਲ ਦੇ ਬਾਬਾ ਫਤਿਹ ਸਿੰਘ ਨੂੰ ਆਖਿਆ, ਜੋਰਾਵਰ ਸਿੰਘ ਦੇ ਬੋਲ ਨੇ, ਪਹੁੰਚਿਓ ਸਮਾਂ ਮੋਹੇ ਅਸਜੋਵਾ, ਗੁਰੂ ਪਿਤਾਮੇ ਪਰ ਜਿਮ ਹੋਵਾ, ਸਾਬਤ ਰਹਿਨ ਬਾਤ ਹੈ ਨੀਕੀ, ਕਹੋ ਭਰਾਤਾ ਤੁਮ ਆਪਣੇ ਜੀ ਕੀ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ। ਭਾਈ ਦਾਦੇ ਵਾਲਾ ਸਮਾਂ ਆ ਗਿਆ, ਹੁਣ ਦੱਸ ਕੀ ਕਰਨਾ ਹੈ? ਛੋਟੇ ਨੂੰ ਵੀ ਤੇ ਪਰਖਣਾ ਹੈ ਨਾ, ਵੀ ਮੈਂ ਤਿਆਰ ਹਾਂ, ਇਹ ਤਿਆਰ ਹੈ। ਹਾਲਾਤ ਉਹੀ ਬਣ ਗਏ ਨੇ, ਜਾਂ ਦੀਨ ਰਵੇਗਾ, ਨਾਮ ਰਵੇਗਾ, ਤੋ ਜਾਂ ਕਲਮਾ ਪੜਾਂਗੇ, ਰਹਿੰਦੀ ਦੁਨੀਆ ਤੱਕ ਲਾਹਨਤਾਂ ਪੈਣਗੀਆਂ। ਚੋਣ ਤੁਸੀਂ ਕਰਨੀ ਹੈ। ਫਤਿਹ ਸਿੰਘ ਸੁਨ ਉਤਰ ਦੀਨਾ, ਧਰਮ ਪਿਤਾਮੇ ਜਿਮ ਰਖ ਲੀਨਾ, ਸੁਭ ਜਸ ਤੇ ਜਗ ਪੂਰਨ ਕੀਨਾ, ਤੀਨ ਲੋਕ ਮਹਿ ਸ਼ਾਕਾ ਚੀਨਾ। ਇਹ ਦਾਦੇ ਵਾਲਾ ਟਾਈਮ ਆ ਗਿਆ ਤੇ ਭਾਈ ਦਾਦੇ ਵਾਲੀ ਕਰਨੀ ਕਰ ਚੱਲੀਏ। ਮੌਤ ਨੇ ਤੇ ਆਉਣਾ ਹੀ ਹੈ। ਜੇ ਇੱਥੇ ਮੌਤ ਆਈ ਤੇ ਤਿੰਨਾਂ ਲੋਕਾਂ ਵਿੱਚ ਨਾਮ ਪ੍ਰਗਟ ਰਵੇਗਾ, ਜੈ ਜੈਕਾਰ ਰਵੇਗੀ। ਸੀਸ ਦਿਆ ਪਰ ਸਿਰ ਨਾ ਦਿਆ, ਫਿਰ ਕੀ ਹੋਵੇਗਾ? ਹਾਏ 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 ਸਭ ਜਗ ਭਇਓ ਜੈ, ਜੈ ਜੈ ਸੁਰਲੋਕ। ਦਾਦੇ ਵਾਂਗੂ ਬੱਲੇ ਬੱਲੇ ਹੋਵੇਗੀ ਦੁਨੀਆ ਤੇ। ਜ਼ਾਲਮਾਂ ਨੇ ਇੱਟਾਂ ਚਿਣ ਦਿੱਤੀਆਂ, ਕਹਿੰਦੇ ਛਾਤੀ ਲੰਘ ਗਈਆਂ, ਠੋਡੀ ਲੰਘ ਗਈਆਂ। ਜਦੋਂ ਮਸਤਕ ਤੇ ਆ ਗਈਆਂ, ठोडी तक ईंटें चुनदी गई, मुंह तक आ गई, भीनी को ढांपते ही माथे पे छा गई, हर चांद सी जबी को घन सा लगा गई, लखते जिगर गुरु गोबिंद के दोनों छुपा गई। मस्तक लंघियां इटां, साह घुटन लगा। कहंदे साहिबजादे कादे ओले होए नीआं दे, इउं लगदा है जिवें बदलां ने सूरज चन्न ढक लए होण। कुदरत नूं भी ठीक ना लगा। कहंदे भुचाल आया, तिड़क गईयां कंधां, बेहोशी दी हालत विच फरजंद गिर गए। शाशल बेग बाशल बेग छाती ते बह गए। कोह के छुरियां दे नाल साह रग कटी गई। साहिबजादे शहीद कीते गए। अल्लाह यार खां एक बचन कहंदा, जोगी जी इसके बाद हुई थोड़ी देर थी, बस्ती सरहंद फिर ईंटों का ढेर थी, शराफी गई सरहंद, अमर हो गए साहिबजादे। गुरु गोबिंद सिंह दे हुक्म विच एक वैरागी संत माधोदास बाबा बंदा सिंह बहादुर अमृत छक के सज्जिया। सतगुर मेरा ताण निताण डेरे विच लुक के दिन कटदा सी। जे ताकत वाला हुंदा ते जंजू लैंदे वेख के बदला लैंदा औरंगजेब कोलों, जंगल विच लोके ना रहिंदा। जिन्ने दिन वैरागी सी लुक के दिन कट्टे, जिस दिन बापू ने खंडे दी पौल बख्श के सिख धर्म विच ले आंदा,
ਗਾਂਡੀਵ ਸੂਰਾ ਬਣਿਆ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਇਹਨੂੰ ਟੀਕਾਕਾਰਾਂ ਕਿਹਾ ਹੈ ਮਾ ਗੁਰੂ ਇਜ਼ ਦਾ ਪਾਵਰ ਆਫ ਪਾਵਰਲੈਸ, ਜਿਨ੍ਹਾਂ ਦੇ ਪੱਲੇ ਕੁਝ ਨਹੀਂ। ਬਾਪੂ ਗੁਰੂ ਗੋਬਿੰਦ ਦਾ ਥਾਪੜਾ ਤਖਤਾਂ ਦੇ ਵਾਰਸ ਬਣਾ ਦਿੰਦਾ ਹੈ। ਸਰਹੰਦ ਜਿੱਤੀ ਗਈ, ਦਿੱਲੀ ਜਿੱਤੀ, ਫਿਰ ਬਾਬਾ ਬਘੇਲ ਸਿੰਘ ਹੋਣਾ, ਖਾਲਸੇ ਦਾ ਰਾਜ ਹੋਇਆ। ਉਹਨਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਸਜਦਾ ਇੱਥੇ ਭੁਜੰਗੀ ਜਥਾ ਇਹ ਮਹਾਨ ਸਮਾਗਮ ਕਰਵਾ ਰਿਹਾ ਹੈ। ਸਿੱਖੀ ਪ੍ਰਫੁੱਲਤ ਰਵੇ ਇਸ ਲਈ ਖੰਡੇ ਦੀ ਪੌਲ ਛਕੋ, ਅਡਰੀ ਹੋਂਦ ਲਈ ਇਹ 5 ਕਕਾਰ ਜ਼ਰੂਰੀ ਨੇ। ਜੇ ਨਹੀਂ ਅੰਮ੍ਰਿਤ ਛਕੋਗੇ ਨਾ ਤਾਂ ਫਿਰ ਜੇ ਤੁਹਾਨੂੰ ਕੋਈ ਆਖੇ ਕੇਸਾਧਾਰੀ ਹਿੰਦੂ ਹੋ, ਤੁਹਾਡੇ ਕੋਲ ਜਵਾਬ ਕੋਈ ਨਹੀਂ ਹੈ। ਅਸੀਂ ਕਿਸੇ ਧਰਮ ਨਾਲ ਨਫ਼ਰਤ ਨਹੀਂ ਕਰਦੇ, ਪਰ ਸਾਡੀ ਆਪਣੀ ਰੂਪ ਰੇਖਾ ਹੈ। ਹਿੰਦੂ ਵੀਰਾਂ ਨੂੰ ਜੰਝੂ ਮੁਬਾਰਕ, ਸਿੱਖਾ ਤੈਨੂੰ 5 ਕਕਾਰ, ਮੁਸਲਮਾਨ ਨੂੰ ਸੁੰਨਤ ਮੁਬਾਰਕ। ਸਾਡੀ ਬਾਣੀ ਇਹ ਕਹਿੰਦੀ ਹੈ ਗੁਰੂ ਦੇ ਹੁਕਮ ਵਿੱਚ ਚੱਲਣਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਪੌਲ ਛਕੋ, ਅਡਰੀ ਹੋਂਦ ਬਰਕਰਾਰ ਰੱਖੋ, ਸਿੱਖੀ ਪ੍ਰਫੁੱਲਤ ਰਵੇ। ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ। ਆਪ ਸੰਗਤ ਦੇ ਦਿਦਾਰੇ ਕਰਨ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਪਹੁੰਚੇ ਨੇ। ਬੜੀ ਗੁਰੂ ਸਾਹਿਬ ਦੀ ਕਿਰਪਾ ਹੈ। ਬੁਲੰਦ ਆਵਾਜ਼ ਵਿੱਚ ਵੈਰਾਗ ਨਾਲ ਕੀਰਤਨ ਕਰਦੇ ਨੇ। ਸਮਾਂ ਮਹਾਰਾਜ ਸਭਨਾਂ ਦਾ ਸਫਲਾ ਕਰਨ। ਪ੍ਰਬੰਧਕਾਂ ਦਾ ਧੰਨਵਾਦ। ਸਰਦਾਰ ਹਰਮੀਤ ਸਿੰਘ ਜੀ ਕਾਲਕਾ ਤੁਹਾਡੇ ਵੀ ਇੱਥੇ ਮੁੱਖ ਸੇਵਾਦਾਰ ਨੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸੇਵਾਦਾਰ ਨੇ, ਉਹਨਾਂ ਨਾਲ ਵੀ ਬਚਨ ਹੋਇਆ ਸੀ। ਆਪ ਸੰਗਤ ਦੇ ਚਰਨ ਪਰਸਣ ਦੇ ਲਈ ਹਾਜ਼ਰੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।